जेह शेर राज राज बांधत पाग, सो शेर चौंच सवार काग। इस तन धन को क्या गरबैया, राम नाम काहे ना दृढ़िया। रहाओ कहत कबीर, सुनहो मन मेरे। एही हवाल होएगे तेरे, कहत कबीर सुनहो मन मेरे। एही हवाल होएगे तेरे। वाहेगुरु जी का खालसा, वाहेगुरु जी की फतेह। परम सन्मानयोग जुगो जुग अटल चवर छतर ਅਤੇ ਤਖਤ ਦੇ ਮਾਲਕ, ਬਾਣੀ ਕੇ ਬੋਹੇ, ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਮਹਾਨ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਪਾਤਸ਼ਾਹੀ ਪਹਿਲੀ ਉਹ ਗੁਰਦੁਆਰਾ ਪਾਤਸ਼ਾਹੀ ਛੇਵੀਂ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜਮਾਨ ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਗੁਰੂ ਚਰਨਾਂ ਵਿੱਚ ਪਹੁੰਚ ਕੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਉਂਝ ਤੇ ਵਾਹਿਗੁਰੂ ਦੀ ਬੰਦਗੀ ਭਗਤੀ ਜਦੋਂ ਵੀ ਕਰੀਏ ਉਹ ਬੜਾ ਸ਼ਲਾਘਾਯੋਗ ਉਦਮ ਹੁੰਦਾ ਹੈ। ਗੁਰਬਾਣੀ ਵਿੱਚ ਹਜ਼ੂਰ ਦਾ ਫਰਮਾਨ ਵੀ ਹੈ ਕਿ ਜੇ ਵੇਲਾ ਵਖਤ ਵਿਚਾਰੀਏ ਤਾਂ ਕਿਤ ਵੇਲੇ ਭਗਤ, ਭਾਵ ਜਦੋਂ ਮਰਜ਼ੀ ਕਰੋ। ਬਾਵਜੂਦ ਇਹਦੇ ਅੰਮ੍ਰਿਤ ਵੇਲੇ ਦਾ ਜੋ ਮਹੱਤਵ ਹੈ ਉਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਤੁਸੀਂ ਕਿਤੇ ਦੂਰ ਜਾਣਾ ਹੈ, ਖਦਸ਼ਾ ਹੈ ਕਿ ਦੇਰ ਨਾ ਹੋ ਜਾਏ, ਅਸੀਂ ਕਹਿੰਦੇ ਹਾਂ ਸਵੇਰੇ ਸਵੇਰੇ ਨਿਕਲੋ, ਸੜਕਾਂ ਤੇ ਟ੍ਰੈਫਿਕ ਘੱਟ ਹੁੰਦੀ ਹੈ, ਟ੍ਰੈਫਿਕ ਹੁੰਦੀ ਹੀ ਨਹੀਂ, ਚਾਰ ਸਫੇਰੇ ਸੁਨਸਾਨ ਹੈ। ਜਿਹੜਾ ਸਫ਼ਰ 3 ਘੰਟਿਆਂ 'ਚ ਹੋਣਾ ਹੈ ਉਹ ਸਫ਼ਰ ਘੰਟੇ ਡੇਢ ਘੰਟੇ 'ਚ ਹੋ ਜਾਂਦਾ ਹੈ। ਕਿਉਂ ਹੋ ਜਾਂਦਾ ਹੈ ਭਾਈ? ਸਵਖਤੇ ਉੱਠ ਖਲੋਤੇ ਆ, ਲੋਕ ਸੁੱਤੇ ਪਏ ਨੇ, ਬਈ ਫਲਾਣਾ ਕੰਮ ਨੈਟ ਦੇ ਉੱਤੇ ਕਰਨਾ ਹੈ, ਥੋੜਾ ਸਵਖਤੇ ਉੱਠ ਕੇ ਕਰ ਲਓ, ਨੈਟ ਬੜਾ ਫਾਸਟ ਚੱਲਦਾ। ਪਿਆਰਿਓ, ਨੈਟ ਬੜਾ ਫਾਸਟ ਚੱਲਦਾ, ਨੈਟ ਬਿਜ਼ੀ ਨਹੀਂ ਹੁੰਦਾ, ਉਹਦੇ ਤੇ ਓਵਰਲੋਡ ਨਹੀਂ ਹੁੰਦਾ। ਸਵੇਰੇ ਸਵੇਰੇ ਜੋ ਕਰਨਾ ਹੈ ਕਰ ਲਓ। ਅੰਮ੍ਰਿਤ ਵੇਲੇ ਤੇ ਨੈਟ ਵੀ ਜ਼ਿਆਦਾ ਕੰਮ ਕਰਦਾ ਹੈ, ਅੰਮ੍ਰਿਤ ਵੇਲੇ ਤੇ ਕਿਤੇ ਜਾਣਾ ਹੋਵੇ ਤੇ ਸਮਾਂ ਵੀ ਘੱਟ ਲੱਗਦਾ ਹੈ, ਤੇ ਅੰਮ੍ਰਿਤ ਵੇਲੇ ਉੱਠ ਕੇ ਕੋਈ ਪਾਣੀ ਪੂਣੀ ਤਰੌਂ ਕੇ ਆਪਣੀ ਦੁਕਾਨ ਖੋਲ ਲਏ। ਤੇ ਕਈ ਵਾਰ ਕਿਸੇ ਨੂੰ ਕਿਸੇ ਵਸਤੂ ਦੀ ਅਗੇਤੀ ਲੋੜ ਪੈ ਜਾਂਦੀ ਏ, ਉਹ ਕਹਿੰਦਾ ਦੁਕਾਨ ਖੁੱਲੀ ਏ ਚਲੋ ਲੈ ਹੀ ਜਾਣਾ। ਹੁਣ ਜਿਹੜੇ 10 ਵਜੇ ਖੋਲਦੇ ਨੇ
ਉਹਨਾਂ ਦੇ ਮੁਕਾਬਲੇ ਤੇ ਜਿਹੜਾ 5-7 ਵਜੇ ਖੋਲ ਲੈਂਦਾ ਉਹਦਾ ਮੁਕਾਬਲਾ 10 ਵਜੇ ਵਾਲਾ ਕਿਵੇਂ ਕਰੇਗਾ। ਅੰਮ੍ਰਿਤ ਵੇਲੇ ਉੱਠ ਕੇ ਹੀ ਚੰਗੇ ਪਾਸੇ ਲੱਗ ਜਾਈਏ ਤੇ ਭਾਈ ਉਸ ਵੇਲੇ ਮਾਈਂਡ ਫਰੈਸ਼ ਹੁੰਦਾ ਹੈ। ਦੂਜੇ ਬਹੁਤੇ ਰਾਹ ਮਨ ਕੀਆਂ ਮਤੀ ਖਿੰਡੀਆਂ। ਅੰਮ੍ਰਿਤ ਵੇਲੇ ਨੂੰ ਮਹਾਰਾਜ ਚੌਥਾ ਪਹਿਰ ਕਹਿੰਦੇ ਨੇ ਸਾਧ ਸੰਗਤ ਜੀ, ਤੇ ਫਰਮਾਨ ਕਰਦੇ ਨੇ ਚੌਥਾ ਪਹਿਰ ਸਬਾਕ ਹੈ। ਰਾਤ ਦਾ ਚੌਥਾ ਪਹਿਰ ਯਾਨੀ ਅੰਮ੍ਰਿਤ ਵੇਲਾ। ਧਿਆਨ ਦਿਆ ਜੇ ਤੁਸੀਂ ਅੰਮ੍ਰਿਤ ਵੇਲੇ ਉੱਠਣ ਵਾਲੇ ਹੋ ਔਰ ਹੋਰ ਮਨ ਦੇ ਵਿੱਚ ਇਹ ਅੰਮ੍ਰਿਤ ਵੇਲੇ ਦੀ ਸੰਭਾਲ ਦਾ ਸੰਕਲਪ ਦ੍ਰਿੜ ਹੋਵੇ। ਹਜ਼ੂਰ ਕਹਿੰਦੇ ਨੇ ਚੌਥੇ ਪਹਿਰ ਸਬਾਕ ਹੈ, ਸੁਬਾ ਸੁਬਾ ਸੁਰਤਿਆਂ ਉਪਜੈ ਚਾਓ। ਜਿਨ੍ਹਾਂ ਦੀ ਸੁਰਤ ਧਾਰਮਿਕ ਪਾਸੇ ਲੱਗੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੀ ਹੈ, ਗੁਰਦੁਆਰੇ ਨਾਲ ਕੋਈ ਸਾਡਾ ਸੰਬੰਧ ਜੁੜਿਆ ਅੰਦਰੋਂ, ਉਹਨਾਂ ਦੇ ਮਨ 'ਚ ਇੱਕ ਚਾਹ ਪੈਦਾ ਹੁੰਦਾ ਹੈ ਵੀ ਭਾਈ ਆ ਸੰਸਾਰ ਦੇ ਖਲਜਗਨ, ਪਰਿਵਾਰ ਦੇ ਖਲਜਗਨਾਂ ਤੋਂ ਪਹਿਲਾਂ ਮੈਂ ਗੁਰਦੁਆਰੇ ਹੋਆ। ਉਹਨਾਂ ਸੁਰਤਿਆਂ ਦੇ ਅੰਦਰ ਗੁਰਦੁਆਰੇ ਆਉਣ ਦਾ, ਸ਼ਬਦ ਵਿੱਚ ਸੁਰਤ ਜੋੜਨ ਦਾ ਪਿਆਰਿਓ ਚਾਹ ਚੜ੍ਹਦਾ ਔਰ ਫਿਰ ਉਹਨਾਂ ਨੂੰ ਉਹਦੇ ਵਿੱਚ ਇਨਵੋਲਵ ਹੋ ਕੇ ਇੱਕ ਅੱਛੀ ਫੀਲਿੰਗ ਹੁੰਦੀ ਹੈ, ਚੰਗਾ ਮਹਿਸੂਸ ਹੁੰਦਾ। ਤਿੰਨਾਂ ਦਰਿਆਵਾਂ ਸੇ ਦੋਸਤੀ। ਹੁਣ ਵੇਖੋ ਇੱਥੇ ਦਰਿਆਵਾਂ ਤੋਂ ਸੈਂਸ ਹੈ, ਉਦੋਂ ਪਾਣੀ ਦਰਿਆਵਾਂ 'ਚ ਹੀ ਹੁੰਦਾ ਸੀ, ਟੂਟੀਆਂ 'ਚ ਪਾਣੀ ਹੁੰਦਾ ਨਹੀਂ ਸੀ। ਹੁਣ ਤੇ ਟੂਟੀਆਂ ਵੀ ਇਸ ਤਰ੍ਹਾਂ ਦੀਆਂ ਆ ਗਈਆਂ ਨਾ ਵੀ ਤੁਹਾਨੂੰ ਔਨ ਕਰਨ ਦੀ ਨਹੀਂ ਲੋੜ, ਤੁਸੀਂ ਥੱਲੇ ਹੱਥ ਕਰੋ ਤੇ ਉਹ ਔਨ ਹੋ ਜਾਂਦੀਆਂ ਨੇ, ਤੁਸੀਂ ਪਿੱਛੇ ਹਟੋ ਤੇ ਆਫ ਹੋ ਜਾਂਦੀਆਂ। ਪਰ ਉਦੋਂ ਤੇ ਇਸ਼ਨਾਨ ਕਰਨ ਲਈ ਦਰਿਆਵਾਂ ਤੇ ਜਾਣਾ ਪੈਂਦਾ ਸੀ, ਖੂਹਾਂ ਤੇ ਜਾਣਾ ਪੈਂਦਾ ਸੀ। ਇਸ ਲਈ ਦਰਿਆ ਸੈਂਸ ਪਾਣੀ। ਤਿੰਨਾਂ ਦਰਿਆਵਾਂ ਸਿਓ ਦੋਸਤੀ। ਉਹਨਾਂ ਦਾ ਪਿਆਰ ਦਰਿਆਵਾਂ ਨਾਲ, ਪਹਿਲਾਂ ਉਹਨਾਂ ਦਾ ਪਿਆਰ ਉੱਠ ਕੇ ਪਾਣੀ ਨਾਲ, ਤੇ ਪਾਣੀ ਨਾਲ ਇਸ਼ਨਾਨ ਕਰਕੇ ਫਿਰ ਬਾਣੀ ਨਾਲ। ਫਿਰ ਕੀ ਕਰਦੇ ਨੇ, ਧਿਆਨ ਦਿਆ ਜੇ, ਮਨ ਮੁਖ। ਜੇ ਤੇ ਮਨਮੁਖ ਇਕੱਠਾ ਪੜ੍ਹਦੇ ਹੋਗੇ ਤੇ ਤੁਹਾਨੂੰ ਪਤਾ ਮਨਮੁਖ ਕਿਹਨੂੰ ਕਹਿੰਦੇ ਨੇ, ਜਿਹੜਾ ਮਨੁੱਖ ਮਨ ਦੇ ਆਖੇ ਲੱਗੇ, ਗੁਰੂ ਦੇ ਆਖੇ ਨਾ ਲੱਗੇ। ਪਰ ਇੱਥੇ ਮਨ ਜੁਦਾ ਹੈ, ਮੁੱਖ ਜੁਦਾ ਹੈ। ਮਨ ਵੱਖਰਾ ਹੈ, ਮੁੱਖ ਵੱਖਰਾ ਹੈ। ਮਨ ਦੇ ਵੀ ਨੰਨੇ ਨੂੰ ਹੁਸ਼ਿਆਰੀ ਹੈ, ਮੁੱਖ ਦੇ ਵੀ ਖੱਖੇ ਨੂੰ ਹੁਸ਼ਿਆਰੀ ਹੈ। ਚੌਥੇ ਪੈਰ ਉੱਠ ਕੇ ਪਾਣੀ ਨਾਲ ਇਸ਼ਨਾਨ ਕਰਕੇ ਫਿਰ ਉਹਨਾਂ ਦੇ ਮਨ ਵਿੱਚ ਤੇ ਮੁੱਖ ਵਿੱਚ ਸੱਚਾ ਨਾਮ, ਸਦਾ ਫਿਰ ਵਾਹਿਗੁਰੂ ਦਾ ਧਿਆਨ ਧਰਦੇ ਨੇ। ਤੇ ਫਿਰ ਹੁਣ ਜੇ ਉਹ ਅੰਮ੍ਰਿਤ ਵੇਲਾ ਖੁੰਝ ਜਾਏ, ਹੁਣ ਆਪਾਂ ਇੱਥੇ ਬੈਠੇ ਆ, 8:30 ਵੱਜ ਜਾਣੇ ਨੇ, ਬਾਹਰ ਨਿਕਲਦਿਆਂ ਨੂੰ 35-40 ਹੋ ਜਾਣੇ ਨੇ। ਜਦੋਂ ਆਏ ਆ ਉਦੋਂ ਦਾ ਐਟਮੋਸਫੀਅਰ ਅੱਖਾਂ ਸਾਹਮਣੇ ਲਿਆਓ, ਤੇ ਜਦੋਂ ਜਾਣਾ ਉਦੋਂ ਤੱਕ ਬੜੀ ਭੀੜ ਭਾੜ ਹੋ ਜਾਣੀ, ਬੜਾ ਸ਼ੋਰ ਸ਼ਰਾਬਾ ਹੋ ਜਾਣਾ, ਬੜੇ ਖਲਜਗਨ ਹੋ ਜਾਣੇ। ਫਿਰ ਕੀ ਹੁੰਦਾ, ਧਿਆਨ ਦਿਆ ਜੀ। ਮੰਨ ਲਿਆ ਵੀ ਕੋਈ 4 ਵਜੇ ਉੱਠ ਕੇ ਇਸ਼ਨਾਨ ਕਰਕੇ, 4:30 ਵਜੇ 5 ਵਜੇ ਉੱਠ ਕੇ ਇਸ਼ਨਾਨ ਪਾਨ ਕਰਕੇ ਆਪਣਾ ਆਰ ਪਾਰ ਕਰ ਲਿਆ ਤੇ ਹੋਰ ਗੱਲ ਹੈ। ਪਰ ਜੇ ਹੁਣ 7 ਵੱਜ ਗਏ ਨੇ ਤੇ ਸਾਡੇ ਘਰਾਂ 'ਚ ਕੀ ਹੁੰਦਾ, ਦੂਜਾ ਪੈਰ ਸ਼ੁਰੂ ਹੋ ਗਿਆ। ਹੁਣ ਦੂਜੇ ਪੈਰ 'ਚ ਕੀ ਹੁੰਦਾ, ਸਤਸੰਗ ਧਿਆਨ ਦਿਆ। ਦੂਜਾ ਹੈ ਬਹੁਤੇ ਰਾਹ। ਪਹਿਲਾਂ ਤੇ ਸੁਰਤ ਜਪਜੀ ਵਾਲੀ ਸੀ, ਵੈਗਰੂ ਵੈਗਰੂ ਵਾਲੀ ਸੀ। ਹੁਣ ਸੁਰਤ ਦੇ ਰਸਤੇ ਕਈ ਹੋ ਗਏ। ਹੁਣ ਸੁਰਤ ਦੇ ਰਸਤੇ ਕਈ ਕੀ ਹੋ ਗਏ, ਵਿਸ਼ਵਾਣੀ ਘੜੀ ਵੱਲ ਦੇਖਦੀ ਹੈ। ਬੇਟੇ ਨੇ ਸਕੂਲ ਜਾਣਾ ਹੈ ਔਰ ਸਕੂਲ ਜਾਣਾ ਹੈ ਤੇ ਘਰ ਦੇ ਵਿੱਚ ਇੱਕ ਇਸਤਰੀ ਹੈ ਨਾ ਜਿਹਦੇ ਕੋਲ ਸਾਰੀ ਜ਼ਿੰਮੇਵਾਰੀ ਹੈ। ਮੈਂ ਅਰਜ਼ ਕਰਾਂ ਵੀ ਸਾਡਾ ਜਿਹੜਾ ਵਾਤਾਵਰਨ ਹੈ, ਸਾਡਾ ਜਿਹੜਾ ਸਮਾਜ ਹੈ ਨਾ, ਇੱਥੇ ਇਸਤਰੀ ਦਾ, ਸਾਡੀਆਂ ਜਿਹੜੀਆਂ ਭੈਣਾਂ ਨੇ, ਸਾਡੀਆਂ ਜਿਹੜੀਆਂ ਬੇਟੀਆਂ ਨੇ, ਮਾਤਾਵਾਂ ਨੇ, ਜੋ ਸਾਡੇ ਇਸ ਵਾਤਾਵਰਨ ਵਿੱਚ ਇਹਨਾਂ ਦਾ ਰੋਲ ਹੈ ਨਾ, ਉਹ ਪੂਰੇ ਵਿਸ਼ਵ ਵਿੱਚ ਤੁਹਾਨੂੰ ਕਿਤੇ ਨਹੀਂ ਮਿਲੇਗਾ। ਤੁਸੀਂ ਕਹੋਗੇ ਜੀ ਕਿਵੇਂ? ਉਹਨਾਂ ਨੇ ਸਾਲ ਵਿੱਚੋਂ 365 ਦਿਨਾਂ ਚੋਂ 300 ਦਿਨ ਖਾਣਾ ਵੀ ਰੈਸਟੋਰੈਂਟਾਂ ਵਿੱਚ ਖਾਣਾ। ਇਹਨਾਂ ਨੇ ਤੁਹਾਡੇ ਲਈ ਸਵੇਰੇ ਵੀ ਬਣਾਉਣਾ ਹੈ, ਦੁਪਹਿਰੇ ਵੀ ਬਣਾਉਣਾ ਹੈ, ਸ਼ਾਮ ਨੂੰ ਵੀ ਬਣਾਉਣਾ ਹੈ, ਔਰ ਚਾਹ ਕੌਫੀ ਘੜੀ ਮੁੜੀ ਇਹ ਤੁਹਾਡਾ ਕੁੱਕ ਦੀ ਵੀ ਡਿਊਟੀ ਕਰਦੀਆਂ ਨੇ, ਇਹ ਸਵੀਪਰ ਦੀ ਵੀ ਡਿਊਟੀ ਕਰਦੀਆਂ ਨੇ,
ये तुहाडे कपड़े वाशिंग मशीन धोंदियां ने, धोबी का भी रोल अदा करदियां ने। ये रिसैप्शन की ड्यूटी, तुसी घर नहीं कोई आया तो उन्होंने संभालना, फलाना आया सी तुसी सेवा नहीं की, ये ना भी सेवा। तुसी ठीक है भी पुरुष पैसे कमांदा, पर जे इस्त्री दे रोल असी सारे पोटियां ते गिणीए ना, तो फिर इको ही दिल करता है भी भावें उम्र च वड्डी होवे भावें छोटी होवे, चरनां ते मत्था टेक दईए भी तू धन है। फिर दूजे बहुते राह, बेटा कहता ममा मेरे शौक्स कित्थे ने, घर वाला कहता जी लेट हो रहा मेरा टिफन कित्थे है, कोई कुछ कहता है कोई कुछ कहता है, सुनने वाली कली है, सुनाण वाले कई ने। सारिਆਂ ਦੇ ਹੀ ਮਨ ਦੇ ਵਿੱਚ ਫਿਰ ਇਸ ਤਰ੍ਹਾਂ ਦੇ ਸੰਕਲਪ ਆਉਂਦੇ ਨਾ, ਜਿਹਨੇ ਡਿਊਟੀ ਤੇ ਜਾਣਾ ਉਹਨੂੰ ਵੀ ਕਈ ਖਲਜਾ ਕਰਨੇ। ਉਹ ਪਹਿਲਾਂ ਭੱਜ ਕੇ ਬਾਹਰ ਜਾਂਦਾ, ਘੜੀ ਵੱਲੋਂ ਵੇਖ ਕੇ ਫਿਰ ਆਉਂਦਾ, ਕੀ ਹੋ ਗਿਆ ਜੀ ਚਾਰਜਰ ਰਹਿ ਗਿਆ। तो जदों दिन चढ़ गया, अमृत वेला लंघ गया, फिर मन एकाग्र नहीं रहेगा। फिर बहुत सारे मन विच ना, असी गृहस्थी हाँ कारोबारी हाँ, मन विच कई विचार, फिर मन एकाग्र नहीं होता। फिर की करिए, दूजा पैर शुरू होने तो पहला पहले ये काम कर लो, थोड़ा जिहा सवखते, किन्ना कु फर्क है, घंटा अद्धा घंटा डेढ़ घंटा हंबड़ा मार के उठ के स्नान पान करके जिहड़ी क्रिया 10-20 मिनट अद्धे घंटे की अपनी करके लोगों के उठण तक फारक हो जाओ। फिर वेखो ना भी असी 20 मिनट 25 मिनट चार्ज ते लाने ना अपने फोन नूं साध संगत, ते फिर 24 घंटे जिथे मर्जी तुरे फिरो घर दे नाल संपर्क रहिंदा। ते जे 10-15 मिनट भी चार्ज ते ना लगाइए फिर संपर्क टुट जाता, टेंशन बढ़ जाती है, पता नहीं कित्थे ने, फोन को नहीं आया, ठीक ने कि नहीं ठीक पता को नहीं। जे 15-20 मिनट 30 मिनट उन्होंने चार्ज कर लीए, जिथे मर्जी है भाई मैं लेट हो गया आवांगा मैं ठीक ठाक हाँ, सारा परिवार निश्चिंत हो जाता। तो 15-20 मिनट इनू चार्ज कर लेना चाहिए, इशनान पान करके बैठ के पोला पोला जिहा वाहिगुरू 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 वाहिगुरू, फिर आनंद लई चलो 24 घंटे। फिर भी बहिंदियां उठदियां जपो, पर चलो जे तुसी चार्ज भी कर लिया 10-15-20 मिनट तो फिर पाओ मारा, नहीं तो फिर दूजा बहुते राह, मन किया मती खिंडियां। दूजा पैर शुरू हो गया, मन की मत, मन दियां तरंगां फुरने इधर उधर खिलर जाते हैं, सानू एकाग्र नहीं होने देते। बहुत पए असगा गोते खाए ना निकले, सुरत ना जिवें कोई अणतारू पानी च गोते खांदा है, सुरत इस तरह गोते खाती है, कदी किसी पासे टुर जाती है, कदी किसी काम च, कदी कोई चिंता, कदी कोई टेंशन, आखिर गृहस्थ है, स्ट्रैस है। तीजे मुई गरा भुख दिखा दोए भौंकियां। अगले 3 घंटे भी लंघ गए, हुण 8-9 का टाइम हो गया, अंदरों 2 कुत्तियां भौंकियां। कुत्तियां, एक कुत्ती का नाम भुख है, एक का नाम प्यास है। वो कहंदियां कुछ लिया, ते फिर खाना पैंदा, तुसीं उहनूं ब्रेकफास्ट कह लो, जो मर्जी कह लो, नाश्ता कह लो जी। तीजे मुई गरा, तीजे पैर मूंह च गराइयां बुरकियां नवाले। क्यों? क्योंकि भुख तिखा, भुख ते त्रे, अंदरों तलब किया कुछ, ते फिर कुछ खाधा। फिर की होया जे खा लिया ते खाता होए स्वाद, पी खाने स्यो दोस्ती। जिहड़ा असी खाने हाँ घंटे 2 घंटे 3 घंटे बाद वो डस्ट बन जाता है, महाराज ने तो स्वाह लिखिया। ते फिर की कहने हुण लियाओ लंच, ते प्यारे लंच लै लिया तो फिर बस हो जानी है। फिर 4 घंटे खलो के कहना लियाओ डिनर, ते विचकार किन्नी बार लियाओ चाह, लियाओ बिस्कुट, लियाओ कॉफी, लियाओ फलानी। सारा दिन चलता ना काम प्यारे हो, जे असी रोजमर्रा की जिंदगी ते पंछी झात मारीए ते तीजे पैर में फिर यह सिलसिला शुरू हो जाता। फिर की करिए जी, फिर इहो ही करो बई अमृत वेले हंबड़ा मार के उठ खलो। 2 बजे उठो मैं नहीं कहता, 3 बजे उठो मैं नहीं कहता, कोई उठे तो चंगी गल, 4 बजे उठ खलोवो, हो जाने 4:30 उठ खलोवो। तो इन्ने को बजे भी उठ खलोइए, स्नान पान करके आले दुआले रौले रप्पे तो पहला स्नान पान करके 10-15-20 मिनट बाद गुरमंत्र करके शरीर रूपी मोबाइल नूं चार्ज कर लईए।
ਤੇ ਫਿਰ 24 ਘੰਟੇ ਜਿੱਥੇ ਮਰਜ਼ੀ ਤੁਰੇ ਫਿਰੀਏ, ਪਤਨੀ ਨਾਲ ਵੀ ਸੰਪਰਕ, ਪਤੀ ਨਾਲ ਵੀ, ਬੇਟੀ ਬੇਟੇ ਸਾਰਿਆਂ ਨਾਲ, ਬੌਸ ਨਾਲ ਵੀ। ਤੇ ਜੇ ਬਈ ਉਹ 15-20 ਮਿੰਟ ਵੀ ਚਾਰਜ ਨਾ ਕਰੀਏ ਤੇ ਸੰਪਰਕ ਟੁੱਟ ਜਾਂਦਾ। ਇਹਨਾਂ ਕੁ ਤੇ ਚਾਰਜ ਕਰਨਾ ਚਾਹੀਦਾ ਨਾ। ਇੱਕ ਗੱਲ ਹੋਰ, ਜਦੋਂ ਫਿਰ ਉਹਨੂੰ ਚਾਰਜ ਕਰਨਾ ਹੈ ਨਾ, ਉਦੋਂ ਕੋਸ਼ਿਸ਼ ਕਰਨੀ ਹੈ ਇਕਾਗਰ ਹੋਣ ਦੀ। ਸਾਰੇ ਇੰਦਰੇ ਇੱਕੋ ਪਾਸੇ ਲੱਗ ਜਾਣ। ਕਿੰਨੇ ਇੰਦਰੇ ਨੇ ਸਾਡੇ? 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਉਦੋਂ ਸਾਰਿਆਂ ਨੂੰ ਫੁਰਨਿਆਂ ਵੱਲੋਂ ਸੰਕੋਚ ਕੇ ਇੱਕ ਕੇਂਦਰ ਬਿੰਦੂ ਤੇ ਇਕੱਠੇ ਕਰ ਲਈਏ। ਕਿਉਂ ਕਰ ਲਈਏ ਜੀ? ਜੇ ਵਿੱਚੋਂ ਇੱਕ ਅੱਧਾ ਨਾ ਹੋਵੇ ਤੇ ਫਿਰ ਕੀ ਕਰੀਏ? ਭਾਈ ਮੋਬਾਈਲ ਦੇ 10 ਅੰਕ ਨੇ, 9 ਠੀਕ ਮਿਲ ਜਾਣ, ਇੱਕ ਵੀ ਗਲਤ ਮਿਲ ਜਾਏ ਤੇ ਫੋਨ ਕਿਸੇ ਹੋਰ ਕੋਲ ਚਲਾ ਜਾ। ਸਹੀ ਜਗ੍ਹਾ ਤੇ ਗੱਲ ਕਰਨੀ ਹੈ ਤੇ 10 ਦੇ 10 ਅੰਕ ਸਹੀ ਲਗਾਣੇ ਪੈਣਗੇ। ਇੱਕ ਵੀ ਅੰਕ ਵਿੱਚੋਂ ਇੱਧਰ ਉੱਧਰ ਹੋ ਗਿਆ ਨਾ ਤੇ ਫੋਨ ਕੀਤਾ ਕਿਤੇ ਹੋਰ ਹੈ ਤੇ ਚਲਾ ਕਿਤੇ ਹੋਰ ਜਾਣਾ। ਦੋਵੇਂ ਕੰਨ, ਦੋਵੇਂ ਅੱਖਾਂ, ਦੋਵੇਂ ਨਾਸਕਾ 6, 7ਵਾਂ ਮੂੰਹ। ਇਸੇ ਤਰ੍ਹਾਂ ਗੁਪਤਾਂਗ ਗੁੱਦਾ 8 ਤੇ 9 ਔਰ 10ਵਾਂ ਗੁਪਤ ਰਖਾਇਆ। ਇਹ ਸਾਰੇ ਦੇ ਸਾਰੇ ਅੰਕ ਸਹੀ ਹੋਣ, ਫਿਰ ਕਟਕ ਕਰਕੇ ਸਿੱਧਾ ਫੋਨ ਲੱਗੇਗਾ। ਤੂੰ ਕੌਣ ਰੇ, ਮੈਂ ਜੀ ਨਾਮਾ ਹੋ ਜੀ, ਆਲਾ ਤੇ ਨਵਾਰਨਾ ਜਮ ਕਰ। 10 ਚੋਂ ਇੱਕ ਵੀ ਗਲਤ ਹੋ ਗਿਆ ਤੇ ਕੰਟੈਕਟ ਨਹੀਂ ਹੋਣਾ। ਤੋ ਪਿਆਰਿਓ, ਮੈਂ ਬੇਨਤੀ ਕਰਾਂ, ਤੁਸੀਂ ਜਿਹੜੇ ਨੇਮ ਨਾਲ ਆਉਣ ਵਾਲੇ ਹੋ, ਇਹ ਆਪ ਜੀ ਦੇ ਹੌਸਲਿਆਂ ਨੂੰ ਹੋਰ ਬੁਲੰਦੀਆਂ ਤੱਕ, ਉਚਾਈਆਂ ਤੱਕ ਲਿਜਾਣ ਲਈ ਦਾਸ ਬੇਨਤੀ ਕਰਦਾ ਹੈ ਵੀ ਇਹ ਸੰਗਤ ਵਿੱਚ ਜੁੜਨਾ ਔਰ ਫਿਰ ਅੰਮ੍ਰਿਤ ਵੇਲੇ ਜੁੜਨਾ। ਇਹ ਪਤਾ ਕੀ ਹੈ? ਇਹ ਸੋਨੇ ਤੇ ਸੁਹਾਗਾ ਹੈ। ਉਂਝ ਤੇ ਜਦੋਂ ਮਰਜੀ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ, ਜਦੋਂ ਮਰਜੀ ਭਗਤੀ ਕਰੋ। ਪਰ ਅੰਮ੍ਰਿਤ ਵੇਲਾ ਪਤਾ ਕੀ ਹੈ? ਜਿਵੇਂ ਇੱਕ ਬੰਦਾ ਇੱਥੇ ਦਿਹਾੜੀ ਕਰਦਾ, ਉਹਨੂੰ 200, 300, 400, 500 ਰੁਪਈਆ ਮਿਲਦਾ ਹੈ, ਮਜ਼ਦੂਰ ਹੈ, ਕੁਝ ਨਹੀਂ ਕਰ ਸਕਦਾ। ਉਹ ਹੀ ਜਾ ਕੇ ਸਾਰੀ ਬੇਰੀਆਂ ਤੋੜਨ ਲੱਗ ਪਏ ਤੇ ਮਿਲਣੀ ਤੇ ਮਜ਼ਦੂਰੀ ਹੈ ਨਾ। ਪਰ ਉਹਦੀ ਮਜ਼ਦੂਰੀ $200 300 ਬਣੀ ਹੈ, ਭਾਵੇਂ ਉਹਨੂੰ ਹੁਣ ਗੁਣਾ 60 ਨਾਲ ਹੋਣੀ ਜੇ, ਮਲਟੀਪਲਾਈ ਹੋਣੇ ਨੇ ਨਾ। ਇਸ ਤਰ੍ਹਾਂ ਸੰਗਤ ਵਿੱਚ ਆ ਕੇ ਕੀਤੀ ਹੋਈ ਕਿਰਤ, ਅੰਮ੍ਰਿਤ ਵੇਲੇ ਕੀਤੀ ਹੋਈ ਕਿਰਤ, ਇੰਜ ਸਮਝ ਲਓ ਵੀ ਉਹ ਮਲਟੀਪਲਾਈ ਹੋ ਜਾਂਦੀ। ਇਸ ਲਈ ਮੈਂ ਤੁਹਾਨੂੰ ਰੋਜ਼ ਕਹਿਣਾ, ਇਹ ਮੈਂ ਤਾਂ ਬੇਨਤੀ ਕੀਤੀ ਵੀ ਐਵੇਂ ਨਾ ਸਮਝਿਓ ਵੀ ਇਹ ਇਸ ਵਾਸਤੇ ਕਹਿੰਦਾ ਵੀ ਤੁਸੀਂ ਜ਼ਰੂਰ ਆਵੋ, ਇਹ ਹਾਲ ਭਰੇ ਨਹੀਂ। ਯਕੀਨ ਜਾਣੋ, ਗੁਰਬਾਣੀ ਦੀ ਰੋਸ਼ਨੀ ਵਿੱਚ ਇਹ ਗੱਲ ਸਮਝੋ ਵੀ ਇਹ ਬਿਨਾਂ ਭਾਗਾਂ ਤੋਂ ਇਹ ਅਵਸਰ ਨਹੀਂ ਜੇ ਮਿਲਦਾ। ਤੁਹਾਡੇ ਬੜੇ ਵੱਡੇ ਭਾਗ ਨੇ, ਥੋੜੇ ਥੋੜੇ ਸਾਡੇ ਵੀ ਵੱਡੇ ਭਾਗ ਨੇ, ਜਿਹੜਾ ਸਤਿਗੁਰੂ ਨੇ ਆਪਣੀ ਇਸ ਖਾਸ ਸੇਵਾ ਵਿੱਚ ਲਾਇਆ, ਆਪਣੀ ਇਸ ਖਾਸ ਸੇਵਾ ਵਿੱਚ ਲਾਇਆ। ਸਾਡੇ ਵੀ ਵੱਡੇ, ਬਿਨਾਂ ਭਾਗਾਂ ਤੋਂ ਇਹ ਵਾਲੀ ਸੇਵਾ ਨਹੀਂ ਮਿਲਦੀ। ਇਹ ਕਿਤੇ ਜਾਣੇ ਅਣਜਾਣੇ ਕੋਈ ਚੰਗਾ ਕਰਮ ਹੋ ਗਿਆ ਹੋਣਾ, ਕਿਤੇ ਸਤਿਗੁਰੂ ਨੇ ਤਰਸ ਕਰਕੇ ਆਪਣੀ ਝੋਲੀ 'ਚ ਬਿਠਾ ਲਿਆ। ਸਤਿਗੁਰੂ ਨੇ ਤਰਸ ਕੀਤਾ ਵੀ ਉਂਝ ਖਰੇ ਤੂੰ ਬਾਣੀ ਪੜ੍ਹਨੀ ਸੀ ਕਿ ਨਹੀਂ ਸੀ ਪੜ੍ਹਨੀ, ਲੈ ਤੈਨੂੰ ਜੋਬ ਹੀ ਏਦਾਂ ਦੀ ਦੇ ਦਿੱਤੀ ਵੀ ਬਾਣੀ ਪੜ੍ਹ। ਕੱਲੀ ਪੜ੍ਹ ਨਾ, ਉਹਨੂੰ ਸਮਝ, ਕੱਲੀ ਸਮਝ ਨਾ, ਉਹਨੂੰ ਲੋਕਾਂ ਨੂੰ ਵੀ ਸਮਝਾ। ਤੇ ਮੈਂ ਤੇ ਸਮਝਣਾ, ਮੈਂ ਤੇ ਹਾਰਟਲੀ ਇਹ ਫੀਲ ਕਰਨਾ ਵੀ ਇਹ ਉਹਦੀ ਕਿਰਪਾ, ਇਹ ਉਹਦੀ ਅਸੀਸ ਹੈ। ਮੈਂ ਵੀਰਾਂ ਨੂੰ ਵੀ, ਜਿਨ੍ਹਾਂ ਨੂੰ ਇੱਥੇ ਸੇਵਾ ਮਿਲਦੀ ਹੈ ਨਾ ਬਹਿਣ ਦੀ, ਉਹਨਾਂ ਨੂੰ ਵੀ ਮੈਂ ਪੋਲਾ ਜਿਹਾ ਵੀ ਗੁੱਸਾ ਨਾ ਕਰਨ, ਉਹਨਾਂ ਨੂੰ ਵੀ ਮੈਂ ਅਹਿਸਾਸ ਕਰਾਨਾ ਵੀ ਭਲਿਓ, ਇਹ ਗੁਰੂ ਵੱਲੋਂ, ਕਮਿਊਨਿਟੀ ਵੱਲੋਂ ਬੜਾ ਵੱਡਾ ਮਾਣ ਜੇ, ਇਹਨੂੰ ਸੰਭਾਲਣਾ ਸਿੱਖੋ। ਇਹ ਛੋਟੀ ਗੱਲ ਨਹੀਂ। ਇੱਥੇ ਕਿੱਡੇ ਕਿੱਡੇ ਸਰਮਾਏਦਾਰ ਲੋਕ ਕੰਧਾਂ 'ਚ ਵੱਜਦੇ, ਕੋਈ ਪੁੱਛਦਾ, ਕੋਈ ਹੈਲੋ ਤੱਕ ਨਹੀਂ ਕਹਿੰਦਾ। ਪਰ ਪਿਆਰਿਓ, ਇਹ ਸੇਵਾ ਮਿਲ ਜਾਏ ਤੇ ਭਾਵੇਂ ਪੱਲੇ 2 ਟਕੇ ਵੀ ਨਾ ਹੋਣ, ਕਮਿਊਨਿਟੀ ਦਾ ਹਰ ਵਿਅਕਤੀ ਤੁਹਾਡਾ ਮਾਣ ਕਰਦਾ ਹੈ, ਤੁਹਾਡਾ ਸਤਿਕਾਰ ਕਰਦਾ ਹੈ, ਤੁਹਾਡੀ ਹਾਰਟਲੀ ਰਿਸਪੈਕਟ ਕਰਦਾ ਹੈ। ਇਹ ਕਾਹਦੇ ਕਰਕੇ ਕਰਦਾ ਹੈ ਜੀ? ਇਹ ਗੁਰੂ ਕਰਕੇ ਕਰਦਾ ਹੈ, ਇਹ ਬਾਣੀ ਕਰਕੇ ਕਰਦਾ ਹੈ ਨਾ। ਹੋਰ ਕੀ ਰੀਜ਼ਨ ਹੈ? ਹੋਰ ਉਸ ਤਰ੍ਹਾਂ ਦਾ ਹੀ ਮੂੰਹ ਮੁਹਾਂਦਰਾ, ਉਸ ਤਰ੍ਹਾਂ ਦਾ ਰੂਪ ਰੰਗ, ਉਸ ਤਰ੍ਹਾਂ ਦਾ ਹੀ ਕੱਦ ਕਾਠ, ਬੰਦਿਆਂ ਵਰਗੇ ਬੰਦੇ। ਤਾਂ ਇਹ ਵੱਡਿਆਂ ਭਾਗਾਂ ਵਾਲੇ ਹੋ ਤੁਸੀਂ। ਥੋੜੇ ਥੋੜੇ ਭਾਗ ਮੇਰੇ ਵੀ ਠੀਕ ਨੇ ਕਿ ਮੈਨੂੰ ਗੁਰੂ ਦੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਅਵਸਰ ਮਿਲਦਾ। ਲੜੀਵਾਰ ਜੇ ਸ਼ਬਦ ਦੀ ਅੱਜ ਵਿਚਾਰ ਦੀ ਟਰਮ ਹੈ, ਗੌੜੀ ਰਾਜ ਕਬੀਰ ਸਾਹਿਬ ਦਾ ਸ਼ਬਦ ਹੈ, ਬੜਾ ਪ੍ਰਸਿੱਧ ਸ਼ਬਦ ਹੈ। ਆਮ ਤੌਰ ਤੇ ਮਿਰਤਕ ਸਮਾਗਮਾਂ ਤੇ ਅੰਤਮ ਅਰਦਾਸਾਂ ਤੇ ਰਾਗੀ ਸਿੰਘ ਇਸ ਸ਼ਬਦ ਨੂੰ ਕੀਰਤਨ ਵਜੋਂ ਸੰਗਤ ਨੂੰ ਸੁਣਾਉਂਦੇ। ਵਿਰਾਗਮਈ ਕੀਰਤਨ, ਸਰੀਰ ਦੀ ਅਸਾਰਤਾ ਨੂੰ ਪ੍ਰਚੰਡ ਕਰਨ ਵਾਲਾ ਸ਼ਬਦ ਹੈ ਬਿਲਕੁਲ ਸੰਖੇਪ ਜਿਹਾ। ਤੋ ਆਓ ਇਹਦੀ ਵਿਚਾਰ ਕਰੀਏ
ਉਸ ਤੋਂ ਪਹਿਲਾਂ ਬੇਨਤੀ ਹੈ ਪਿਆਰਿਓ ਵੀ ਥੋੜਾ ਜਿਹਾ ਸਮਾਂ ਹੁੰਦਾ ਹੈ, ਰਜੇਵੇਂ ਤੁਹਾਡੇ ਜ਼ਰੂਰ ਨੇ, ਕੋਸ਼ਿਸ਼ ਕਰਿਆ ਕਰੋ ਵੀ ਵਿਚਾਰ ਸਾਰੀ ਨਿੱਠ ਕੇ ਆਪਾਂ ਸੁਣੀਏ ਤਾਂ ਗੱਲ ਸਮਝ ਵਿੱਚ ਆਉਂਦੀ ਹੈ, ਔਰ ਇਕਾਗਰਤਾ ਦਾ ਮਾਹੌਲ ਤੁਸੀਂ ਬਣਾਉਂਦੇ ਹੋਰ ਕਿਰਪਾ ਕਰਿਆ ਕਰੋ, ਕਿਉਂਕਿ ਜਿਹੜੀ ਕਥਾ ਹੈ ਨਾ, ਹੁਣ ਕਈਆਂ ਥਾਵਾਂ ਤੇ ਕਥਾ ਕਰੀ ਦੀ, ਉੱਥੇ ਜਾ ਕੇ ਕਥਾ ਸ਼ੁਰੂ ਕਰਨੀ ਹੈ ਤੇ ਵਿੱਚੋਂ ਕਿਸੇ ਨਾ ਕਿਸੇ ਨੇ ਠਾ ਕੇ ਕਹਿਣਾ ਵੀ ਸਾਊਂਡ ਵਧਾ ਦੇ, ਉਹਨੇ ਵਧਾ ਦੇਣਾ, ਉਹ ਸਾਰਾ ਕੰਮ ਡਿਸਟਰਬ ਹੋ ਜਾਂਦਾ। ਇੱਥੇ ਤੇ ਮੈਂ ਸਮਝਣਾ ਬੜੀ ਕਿਰਪਾ ਹੈ, ਕਮੇਟੀ ਖਾਸ ਕਰਕੇ ਪ੍ਰਧਾਨ ਸਾਹਿਬ ਸੁਖਵਿੰਦਰ ਸਿੰਘ ਜੀ ਬਹੁਤ ਇਸ ਮਾਮਲੇ 'ਚ ਕੋਆਪਰੇਟ ਕਰਦੇ ਨੇ, ਮਤਲਬ ਕੱਲੇ ਸਾਊਂਡ ਦੇ ਮਾਮਲੇ 'ਚ ਨਹੀਂ, ਹਰ ਮਾਮਲੇ ਦੇ ਵਿੱਚ। ਨਹੀਂ ਤੇ ਆਮ ਥਾਵਾਂ ਤੇ ਮੈਂ ਵੇਖਿਆ ਵੀ ਉਹ ਇਸ਼ਾਰਾ ਕਰ ਦਿੰਦੇ ਨੇ, ਉਹ ਜਾ ਕੇ ਈਕੋ ਵਗੈਰਾ ਵਧਾ ਦਿੰਦੇ ਨੇ, ਉਹ ਸਾਰਾ ਵੱਡਿਆਂ ਵੱਡਿਆਂ ਸਾਲਾਨਾ ਸਮਾਗਮਾਂ 'ਚ ਵੀ ਮੈਂ ਵੇਖਿਆ। ਤਾਂ ਜਿਹੜਾ ਕਥਾ ਦਾ ਵਾਤਾਵਰਨ ਹੈ ਨਾ, ਉਹ ਬਿਲਕੁਲ ਜਿਵੇਂ ਮੀਂਹ ਪੈਂਦਾ ਤੇ ਇੱਕਦਮ ਖੜਾਕ ਹੁੰਦਾ ਹੈ, ਪਰ ਜਦੋਂ ਨਿੱਕੀ ਕਣੀ ਦਾ ਮੀਂਹ ਪੈਂਦਾ ਡ੍ਰਿਜ਼ਲਿੰਗ ਜੀ, ਉਦਾਂ ਹੋਣਾ ਚਾਹੀਦਾ। ਕਿੱਦਾਂ ਹੋਣਾ ਚਾਹੀਦਾ ਹੈ? ਮੈਂ ਗੁਰਬਾਣੀ 'ਚੋਂ ਆਪ ਜੀ ਨੂੰ ਦਰਸ਼ਨ ਕਰਾਵਾਂ, ਤੁਸੀਂ ਵੀ ਮੇਰੇ ਨਾਲ ਆਖੋ। ਹਜ਼ੂਰ ਕਹਿੰਦੇ ਨੇ ਇਦਾਂ ਹੋਣਾ ਚਾਹੀਦਾ ਹੈ ਜਿਵੇਂ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਝਿਮ ਝਿਮ ਵਰਸੈ। ਜੀ ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ। ਸਾਰੇ ਕਿਰਪਾ ਕਰੋ। ਜੀ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਝਿਮ। अस्सी ਜਾਂ 100 ਦੀ ਸਪੀਡ ਤੇ ਗੱਡੀ ਲਿਜਾ ਰਹੇ ਹੋਈਏ, ਮੁੜਨਾ ਹੋਵੇ ਤੇ ਗੱਡੀ ਨਹੀਂ ਮੁੜਦੀ, 20-30 ਦੀ ਸਪੀਡ ਤੇ ਗੱਡੀ ਮੁੜ ਜਾਂਦੀ ਹੈ, ਨਹੀਂ ਤੇ ਐਕਸੀਡੈਂਟ ਹੋ ਜਾਂਦਾ। ਵਿਚਾਰ ਵੀ ਠਰਮੇ ਨਾਲ ਹੁੰਦੀ ਹੈ, ਵਿਚਾਰ ਵਿੱਚ ਠਰਮਾ ਹੋਣਾ ਚਾਹੀਦਾ। ਏਦਾਂ ਨਹੀਂ ਲੱਗਣਾ ਚਾਹੀਦਾ ਕੋਈ ਗਲੀ 'ਚ ਤੁਰਿਆ ਜਾ ਵੀ ਅੰਦਰ ਭਾਈ ਮਾਈਕ ਵਿੱਚ ਕਿਸੇ ਨਾਲ ਲੜਨ ਡਿਆ। ਇਹ ਝਿਮ ਝਿਮ ਹੋਣੀ ਚਾਹੀਦੀ, ਝਿਮ ਝਿਮ। आओ एक बारी सारे रसना पवित्र करो, प्यार नाल आखो सतनाम श्री, फिर आखो जी सतनाम श्री। गौड़ी राग विच कबीर साहब का गुरु ग्रंथ साहब के पावन अंग 330 ते ये शब्द दर्ज है। शुरुआती बोल ध्यान दिया जे, जिस सिर उत्ते, जे सिर दे रारे नूं हुशियारी लाण दा की मतलब सी? जिहड़ा उत्ते लिखना सी ना, उत्ते वो हुशियारी विच लुप्त हो गया। इहनूं ग्रामर कहिंदे। होर कोई ये हवा नहीं, थोड़ा जिहा ध्यान देण लग पईए ते गल्लां खुल्लण लग पैणगीਆਂ। फिर होवेगा कि जदों तुसीं पाठ सहज करोगे ना, खंड पाठ करोगे ते वो करदियां करदियां गुंझलां खुलदियां जाणगीਆਂ ते अंदरों लुत्फ आउंदा जांदा। ਤੇ ਜੇ मीनिंग ਦਾ ਪਤਾ ਨਾ ਲੱਗੇ ਫਿਰ ਉਹਨਾਂ ਰਸ ਨਹੀਂ ਆਉਂਦਾ। ਤੋ ਜੇ ਸਿਰ, ਹੁਣ ਜੇ ਦੇ ਹਾਏ ਨੂੰ ਕੋਈ ਨੁਕਤਾ ਨਹੀਂ, ਨਾ ਕੋਈ ਔਂਕੜ ਹੈ, ਨਾ ਹੁਸ਼ਿਆਰੀ ਹੈ, ਨਾ ਲਾਂ ਹੈ, ਨਾ ਦਲਾਂ ਹੈ, ਕੁਛ ਨਹੀਂ, ਨਾ ਕੰਨਾ ਹੈ, ਔਰ ਚਾਹੀਦਾ ਵੀ ਉੱਥੇ ਨਹੀਂ। ਯਾਨੀ ਮੇਵਾ ਸਿੰਘ ਅੱਖਾਂ ਤੋਂ ਉਹਨਾਂ ਨੂੰ ਦਿਸਦਾ ਨਹੀਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਪ੍ਰਚਾਰਕ ਉਹਨਾਂ ਨੂੰ ਟੌੜਾ ਸਾਹਿਬ ਨੇ ਲਾਇਆ ਸੀ, ਦਿਸਦਾ ਨਹੀਂ ਸੀ। ਜਦੋਂ ਕਥਾ ਕਰਦੇ ਸਨ, ਇੱਕ ਸਿੰਘ ਤਾਬਿਆ ਬਹਿ ਕੇ ਪਾਠ ਕਰਦਾ ਸੀ, ਉਹ ਉੱਥੇ ਬਹਿ ਜਾਂਦੇ ਸਨ, ਪਰ ਕਥਾ ਵਿੱਚ ਦੱਸਦੇ ਸਨ ਵੀ ਸਿਰ ਦੇ ਰਾਰੇ ਨੂੰ ਹੁਸ਼ਿਆਰੀ ਲੱਗੀ ਹੈ, ਕਿਉਂ ਲੱਗੀ ਹੈ। ਬਿਹਤਰੀਨ ਸਨ, ਇੰਨਾ ਬੋਧ ਸੀ, ਇੰਨੀ ਗ੍ਰਾਮਰ ਦੀ ਪਕੜ ਸੀ, ਇੰਨਾ ਅਧਿਐਨ ਕੀਤਾ ਹੋਇਆ। ਕਰਤ ਕਰਤ ਅਭਿਆਸ ਕੇ ਜੜਮਤੀ ਹੋਤ ਸੁਜਾਨ,
रस्सी आवत जात है सिर पर परत निशान। आश्रमां च पढ़ाई हुंदी सी ते एक विद्यार्थी नूं अध्यापकां ने कढ दिता भी तेरा दिमाग बड़ा मोटा, तू नहीं सिख सकता, चला जा, बस्ता चुक अपना, इथों दफा हो जा, तू दूजियां दा भी वक्त जाया करना। पढ़ना चाहुंदा सी, उदास हो गया, चल पिया। जिस वेले चल पिया ते रस्ते विच कोई खूह सी, उत्थे लोग पानी भरदे सन, सारा दिन तांता लगा रहिंदा सी ते चरखियां लगियां होंदियां ना खूहां ते, साध संगत चरखियां, ਉਹ ਚਰਖੀਆਂ ਦੇ ਉੱਤੋਂ ਇਸ ਤਰ੍ਹਾਂ ਰੱਸੀਆਂ ਥੱਲੇ ਲਮਕਾਣੀਆਂ, ਬਾਲਟੀਆਂ ਬੰਨ ਕੇ ਖਿੱਚਣੀਆਂ ਤੇ ਇੱਕ ਸਿਲ ਪਈ ਸੀ ਪੱਥਰ ਦੀ, ਉਹਦੇ ਨਾਲ ਰੱਸੀ ਘਸਰ ਕੇ ਜਾਂਦੀ ਸੀ ਤੇ ਜਦੋਂ ਰੱਸੀ ਨੇ ਘਸਰ ਕੇ ਜਾਣਾ, ਉਹ ਘਸਰ ਕੇ ਨਾ ਉਹ ਸਿਲ ਦੇ ਵਿੱਚ ਗਲੀ ਜੀ ਹੋ ਗਈ ਸੀ। ਉਹ ਬੱਚਾ ਕਹਿਣ ਲੱਗਾ, ਮੈਨੂੰ ਅਧਿਆਪਕ ਕਹਿੰਦਾ ਸੀ ਤੇਰਾ ਦਿਮਾਗ ਬੜਾ ਮੋਟਾ ਹੈ, ਤੇਰੇ ਤੇ ਕੋਈ ਅਸਰ ਨਹੀਂ ਹੋ ਸਕਦਾ, ਤੂੰ ਤੇ ਪੱਥਰ ਹੈ। ਇੱਥੇ ਦੇ ਪੱਥਰ ਵਿੱਚ ਵੀ ਗਲੀ ਹੋਈ ਹੈ। वापस चला गया। महाराज तू फिर आ गया है? महाराज मेरी बेनती सुनो, तुसी मैनू कहा सी तू पत्थर है, ते महाराज जे रोज पत्थर नाल भी कोई चीज कसरे उहदे ते भी असर हो जाता। वो कहंदा किवें? उहने दोहा बना के सुनाया भी करत करत अभ्यास के जड़मती होत सुजान। जड़मती कहंदे मूर्ख नूं, सुजान कहंदे सियाणे नूं। अभ्यास नाल कमले भी सियाणे हो जाते ने। जिवें रस्सी आवत जात है सिल पर परत निशान, जिवें रस्सी ने पत्थर ते भी असर कर दिता है, तुहाडे सिखाण दा कुछ ते मेरे ते असर होएगा ना। अभ्यास बड़ी वड्डी चीज है। अभ्यास नेम नाल कोई कीता जाए, वो बहुती नहीं ते कुछ ना कुछ आउटपुट ओदी जरूर निकलदी है। उन्हां दा इन्ना अभ्यास सी, नेत्रहीन होण दे बावजूद भी वो दस दिंदे सन भी इत्थे स्वरूप की है, स्पैलिंग की है। दूर बैठे हुंदे सन, ताबिया नहीं सब बैठते, क्योंकि ताबिया बैठ के उन्हां की करना जदों दिसदा ही नहीं सी। पर ਜਿਹੜੇ ਸ਼ਬਦ ਦੀ ਵਿਚਾਰ ਕਰ ਰਹੇ ਨੇ, ਉਹ ਸ਼ਬਦ ਦਾ ਸਪੈਲਿੰਗ ਜਿਹੜੀ ਵਰਡ ਨੇ, ਉਹ ਉੱਥੇ ਬੈਠੇ ਦੱਸ ਦਿੰਦੇ ਸਨ। ਜਿਵੇਂ ਜਿਵੇਂ ਸਾਧਨ ਆ ਗਏ, ਅਸੀਂ ਅਵੇਸਲੇ ਹੁੰਦੇ ਗਏ, ਹੋਰ ਅਵੇਸਲੇ ਹੁੰਦੇ ਗਏ, ਲੈਪਟਾਪ ਆ ਗਏ। ਹੁਣ ਤੇ ਕਈ ਕਥਾ ਵਾਲੇ ਲੈਪਟਾਪ ਅੱਗੇ ਰੱਖ ਕੇ ਕਥਾ ਕਰਦੇ ਨੇ। ਕੰਸੈਂਟਰੇਸ਼ਨ ਬਣਦੀ ਹੀ ਨਹੀਂ। ਸੰਗਤ ਦੇ ਉੱਤੇ ਧਿਆਨ ਤੁਹਾਡਾ ਕਿਵੇਂ ਫੋਕਸ ਹੋਵੇਗਾ? ਧਿਆਨ ਤੇ ਲੈਪਟਾਪ ਵਿੱਚ ਹੈ ਨਾ, ਮੈਨੂੰ ਖਿਮਾ ਕਰਨਾ, ਧਿਆਨ ਤੇ ਮੋਬਾਈਲ ਵਿੱਚ ਹੈ ਨਾ। ਸ਼ਬਦ ਵੱਡਾ ਹੈ ਤੇ ਵਿੱਚ ਫਿਰ ਉਹਨੂੰ ਉਂਗਲ ਨਾਲ ਟੱਚ ਕਰਕੇ ਉਦਾਂ ਕਰਨਾ ਪੈਂਦਾ ਨਾ ਵੀ ਉਤਲੇ ਪੰਕਤੀਆਂ ਤੇ ਮੁੱਕ ਗਈਆਂ ਨੇ, ਹੁਣ ਥੱਲੇ ਕਿਹੜੀ ਪੰਕਤੀ ਹੈ। ਤੇ ਹੁਣ ਜਦੋਂ ਤੁਹਾਡਾ ਧਿਆਨ ਹੀ ਇਕਾਗਰ ਨਹੀਂ ਤੇ ਕੋਈ ਸੰਗਤ ਦਾ ਕੀ ਹੋਵੇਗਾ? ਵਾਈਬ੍ਰੇਸ਼ਨ ਤੇ ਜਾਂਦੇ ਨੇ ਨਾ ਸਾਡੇ ਇਸ ਤਰ੍ਹਾਂ ਦੇ। ਇਸ ਲਈ ਬਾਣੀ ਕੰਠ, ਪੈਸਾ ਗੰਠ। जे सिर रच रच बांधत पाग, जिस सिर ते बड़ी सवार सवार के पग बन्नना। हुण समझना कि पग सिर दे उत्ते सवार सवार के नहीं बननी चाहिए, साध संगत बननी चाहिए। पाग चुने कर बांधई, दातन दोनों वक्त करे। पाग चुने कर बांधई, ना दुख पावे लालची। पग चुन चुन के बननी है, पर इत्थे एग्जाम्पल का प्रयोजन की हो समझना भाई। ये जेडे सिर दे उत्ते बड़ी सोहनी बना के चिण चिण के पग बन्नना है, ये सिर जेड़ा तू पग दे विच सेफ कीता होया है, ये सिर नूं वेख के कई वारां कां अपनी चुंझ नूं सवारदा भी एक दिन इनू मैं चुंझां मारनियां ने, इनू खाना है। भाव तू नाशवंत है। आ असल गल। जे सिर रच रच बांधत पाग, जिस सिर दे उत्ते रच रच के बना के पग सजाना है। हुण ये नहीं भी पग सजानी नहीं, पग सजानी है। सो सिर चुंच सवारे काग, इस तन धन को क्या गरबैया। जे पब्बे नाल गर्भ आ जाए ते हंकार, जे गर्भ पब्बे नाल आ जाए ते ओहदे अर्थ हुंदे ने पेट, उदर। ये भी ग्रामर का नुकता है। बब्बे नाल ईगो ते पब्बे नाल जिहड़ा है वो गर्भ हो जाएगा, भाव वो पेट की सेंस में अर्थ हो जाएंगे। जिवें सोना गर्भ दान दीजा, सोने नूं गर्भ दे उत्ते अर्थ हो जाते हैं लुका के, ਉਹਦੇ थले भी कुछ होवे, उत्ते भी कुछ होवे, साइडां ते भी कुछ हो, क्योंकि बीज वो उगदा है जिहदे उपर भी मिट्टी होवे, थले भी ते चौहां दिशावां। जिहड़ा बीज नंगा रह जाए
ਉਹਨੂੰ ਹੀਟ ਨਹੀਂ ਮਿਲਦੀ, ਉੱਗਦਾ ਨਹੀਂਗਾ। ਇਸੇ ਤਰ੍ਹਾਂ ਜਦੋਂ ਕੁਝ ਦੇਣਾ ਹੈ ਤੇ ਜਿਤਾਣਾ ਨਹੀਂਗਾ, ਕੋਸ਼ਿਸ਼ ਕਰਨੀ ਹੈ ਵੀ ਗੁਪਤ ਰੂਪ ਵਿੱਚ ਹੋਵੇ, ਉਹ ਫਲੀ ਭੂਤ ਜ਼ਿਆਦਾ। ਨਹੀਂ ਤੇ ਫਿਰ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਇਹ ਵੀ ਸਾਨੂੰ ਹੁਕਮ ਹੈ। ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦਰੜਈਆ। ਭਾਈ ਇਸ ਤਨ ਦਾ ਕੋਈ ਮਾਨ ਨਹੀਂ, ਇਸ ਧਨ ਦਾ ਵੀ ਮਾਨ ਨਾ ਕਰ, ਕਿਉਂਕਿ ਨਾ ਤਨ ਨਾਲ ਨਿਭਣਾ ਨਾ ਧਨ ਨਾਲ ਨਿਭਣਾ। ਕਬੀਰ ਸਾਹਿਬ ਇੱਕ ਹੋਰ ਥਾਂ ਤੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਹਰ ਬਿਨ ਕੌਣ ਸਹਾਈ ਮਨ ਕਾ। ਭਾਈ ਹਰੀ ਤੋਂ ਬਿਨਾ ਇਸ ਮਨ ਦੀ ਸਹਾਇਤਾ ਨਾ ਤਨ ਨੇ ਕਰਨੀ ਹੈ, ਨਾ ਧਨ ਨੇ ਕਰਨੀ ਹੈ, ਨਾ ਰਿਸ਼ਤੇਦਾਰਾਂ ਨੇ ਕਰਨੀ। ਹਰ ਬਿਨ ਕੌਣ ਸਹਾਈ ਮਨ ਕਾ, ਮਾਤ ਪਿਤਾ ਭਾਈ ਸੁਤ ਬੰਤਾ ਹਿਤ ਲਾਗੋ ਸਭ ਫਨ ਕਾ। ਮਾਂ ਪਿਓ ਭਾਈ ਇਸਤਰੀ ਇਹਨਾਂ ਦੀਆਂ ਜ਼ਿੰਮੇਵਾਰੀਆਂ ਨਿਭਾਣੀਆਂ ਨੇ, ਮੋਹ ਕਰਨਾ। ਇਹ ਨਹੀਂ ਵੀ ਅੱਜ ਜਾ ਕੇ ਲੜ ਪੈਣਾ, ਪਰ ਇੱਕ ਗੱਲ ਪੱਕੀ ਹੈ, ਇਹਨਾਂ ਵਿੱਚੋਂ ਮਰਨੋਂ ਉਪਰੰਤ ਕੋਈ ਸਹਾਇਤਾ ਨਹੀਂ ਜੇ ਕਰ ਸਕਦਾ। ਇਹਦੇ ਸਾਧ ਸੰਗਤ ਅਜੇ ਸੰਸਕਾਰ ਵੀ ਪੂਰੀ ਤਰ੍ਹਾਂ ਨਹੀਂ ਹੁੰਦਾ ਤੇ ਕਹਿੰਦਾ ਚਲੋ ਚੱਲੀਏ। ਜਿਹੜੇ ਦੂਰੋਂ ਆਏ ਨੇ ਉਹਨਾਂ ਲੰਗਰ ਪਾਣੀ ਛਕ ਕੇ ਜਾਣਾ, ਕੋਈ ਨਹੀਂ ਸੰਸਕਾਰ ਹੁੰਦਾ ਰਹੇਗਾ, ਮਾਰ ਜਾਾਂਗੇ ਹੁਣੇ ਗੇੜਾ ਮਾਰ ਜਾਾਂਗੇ। ਵੱਡੀ ਸਾਰੀ ਲੱਕੜ ਲੈ ਕੇ ਫਿਰ ਹੁੱਜਾ ਮਾਰਦੇ ਨਾ ਛਾਤੀ ਨੂੰ, ਇੱਥੋਂ ਰਹਿ ਗਈ ਥੋੜਾ ਜਿਹਾ, ਆ ਸਿਰ 'ਚ ਵੀ ਮਾਰ ਇੱਕ। ਇਹਨਾਂ ਕੋਲ ਤੇ ਇੰਨਾ ਵਕਤ ਵੀ ਨਹੀਂ ਤੇਰੇ ਲਈ ਭਰਿਆ, ਜਿਨ੍ਹਾਂ ਲਈ ਪਾਪ ਕਰਨਾ ਹੈ ਉਹਨਾਂ ਨੇ ਨਾਲ ਨਹੀਂ ਜਾਣਾ। ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ ਫਨ ਕਾ। ਆਗੇ ਕੋ ਕਿਛ ਤੁਲਾ ਬਾਂਧੋ ਕਿਆ ਪਰਵਾਸਾ ਧਨ ਕਾ। ਕਾ ਬਿਸਾਸਾ ਇਸ ਭਾਂਡੇ ਕਾ ਇਤਨਾ ਕਲਾਂਗੈ ਠਨ ਕਾ। ਮਿੱਟੀ ਦੇ ਭਾਂਡੇ ਘਮਿਆਰਾਂ ਦੇ ਬਣੇ ਘਰਾਂ 'ਚ ਲਿਆਉਂਦੇ ਨਾ, ਕੋਈ ਅਲੜ ਮੁੰਡਾ ਕੁੜੀ ਥੋੜੀ ਤੇਜ਼ੀ ਨਾਲ ਫਰਸ਼ ਦੇ ਉੱਤੇ ਰੱਖਦੇ, ਇੰਨੇ 'ਚ ਹੀ ਟੁੱਟ ਜਾਂਦਾ। ਹੁਣ ਬੱਬਰੀਆਂ ਬਣ ਗਈਆਂ, ਉਹ ਬੱਬਰੀਆਂ ਚੁੱਕ ਕੇ ਰੂੜੀ ਤੇ ਕੋਈ ਫੈਵੀਕੋਲ ਨਹੀਂ ਉਹਨਾਂ ਨੂੰ ਜੋੜ ਸਕਦਾ, ਕੋਈ ਗੂੰਦ ਨਹੀਂ ਜੋੜ ਸਕਦੀ। ਹੁਣ ਫਿਨਿਸ਼। ਇਤਨਾ ਕੁ ਤੈਨੂੰ ਠਣਕਾ ਕਿਸੇ ਦਿਨ ਲੱਗਣਾ ਤੇ ਭਾਂਡਾ ਖਿੱਲਰ ਜਾਣਾ। ਤੇ ਮੈਸੇਜ ਕੀ ਹੈ ਜੀ? ਇਹ ਤੇ ਸਾਨੂੰ ਪਤਾ ਵੀ ਭਾਂਡਾ ਖਿੱਲਰ ਜਾਣਾ। ਮੈਸੇਜ ਇਹ ਹੈ ਵੀ ਇਹਦੇ ਖਿਲਰਨ ਤੋਂ ਪਹਿਲਾਂ ਜੋ ਕਰਨ ਆਇਆ ਹੈ ਉਹ ਕਰ ਲੈ। ਜੀ ਮੈਨੂੰ ਤੇ ਵੀ ਕੋਈ ਨਹੀਂ ਪਤਾ ਮੈਂ ਕਰਨ ਕੀ ਆਇਆ, ਤੇ ਹਜ਼ੂਰ ਕਹਿੰਦੇ ਮੈਂ ਦੱਸਣਾ ਨਾ। ਆਇਓ ਸੁਣਨ ਪੜਨ ਕੋ ਬਾਣੀ। ਅਸਲ ਪ੍ਰਯੋਜਨ ਤੇਰਾ ਬਾਣੀ ਪੜ੍ਹਨੀ ਤੇ ਬਾਣੀ ਸੁਣਨੀ ਸੀ, ਜਿਵੇਂ ਆਪ ਸਾਰੇ ਚੌਕੜੀਆਂ ਮਾਰ ਕੇ ਸੁਣ ਰਹੇ ਹੋ ਭਾਗਾਂ ਵਾਲੇ। ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ, ਬਿਰਥਾ ਜਨਮ ਪਰਾਨੀ। ਆਗੇ ਕੋ ਕਿਛ ਤੁਲਾ ਬਾਂਧੋ, बेड़ा बंध न सकेओ बंधन की बेड़ा। पर सरवर जब उछलै तब तरन दुहेला। हाथ न लाई कसुंबड़ै जल जासी ढोला। एक आपी न पतली शाकेरे बोला। तुदा थणी न आवई फिर हुए न मिला। कै फरीद सहेली हो शाह अलाए सी। ते अगलियां पंक्तियां पता की कहते, कहने भी एक दिन ये हंस चला जाएगा ते तन मिट्टी वांगू डिग पेगा। हंस चल सी डोमण, दो मना वाला हंस, डबल माइंडेड जिहा बंदा, दुचित्तेपन का शिकार। हंस चल सी डोमण ए तन ढेरी थी सी। जदों दफनाते ना प्यारे हो, फिर उत्ते एक मिट्टी की ढेरी जी कर देंगे।
ये तेरी ढेरी दूरों कितने अब्बा नूं कितने दबाया सी दफनाया सी, और ढेरी नहीं दिसदी उत्थे अब्बा नूं दफनाया सी। इदां कहना तेरे बारे पुत्रा। इस वास्ते समा रहिंदियां बेड़ा बन। फरीद साहब कहंदे ने हुण बेड़ा बन्नण दा वक्त है, बेड़ा बन, बारिशां आउण वालियां ने, हड़ आउणे ने, फ्लड आउणे ने, डुब जाएगा, किवें दरिया पार करेगा। हुण नाम जाप। जदों सरोवर नको नक भर गया, पर सरवर जब उछलै तब तरन दुहेला, हथ ना लाए कसुंबड़े जल जासी ढोला। ढोला तो ठेठ पंजाबी का शब्द है। पंजाबीयत की सेवा शेख साहब ने भी बहुत की है, और साथों संभाली नहीं गई। उज्बेकिस्तान, तुर्कमेनिस्तान, खुरासान, उतों तक पंजाबी के पुराने प्रिंट पत्थरों से उकरे हुए अज के जमाने च भी मिल रहे। यानी ये पूरी इधर नूं पश्चिम वाली साइड पूरी बेल्ट पंजाबी सी, पर पता नहीं किवें पंजाबी नाल होर ज़बानां वालियां नूं नफरत हो गई और उन्हां पंजाबीयत नाल नफरत करनी शुरू कर दी। जदों एक बारी पंजाब सर्वे होया ते इत्थों दी एक बड़ी मशहूर कम्यूनिटी ने उचेचे तौर पर यह लिखवाया भी साडी मां बोली पंजाबी नहीं, साडी मां बोली हिंदी है। पता नहीं पंजाबीयत ने की किसी का गवाया। बड़ी मिठी जुबान, बड़ी ईजी जुबान, बड़ी प्यारी जुबान। खैर गुरु कृपा करे, पंजाबी किसी जुबान नाल नफरत नहीं करते। वो रुपये दे दे के बच्चों को आईलैट्स सिखाते हैं। वो ये नहीं कहते भी फ्रेंच साडी भाषा नहीं, इंग्लिश साडी भाषा नहीं, पर पंजाबियां नाल लोकी नफरत करते हैं। वजह पता नहीं, पंजाबीयत नाल भी नफरत करते हैं। कम से कम जेडे असी आप पंजाबी हाँ, गुरु नानक के पैरोकार हाँ, शेख फरीद साहब के पैरोकार हाँ, असी कोशिश करिए भी भावें घर होइए भावें बाहर होइए हिंदी ना बोलीए, पंजाबी बोलीए। पंजाबी बोलन नाल तुहाडे घरां जेडे छोटे छोटे बच्चे ने उन्हां दे जहन विच पंजाबीयत वस जाए। तो शेख फरीद साहब कहते ने माया रूपी कसुंबे फुल नूं हथ ना पाई, ढोला सड़ जाएगा। किड्डा प्यारा बचन है ढोला। एक आपी ने पतली शह केरे बोला, पतली कहते कमजोर नूं, कमजोर जी जीव स्त्री। एक ते तू कमजोर है आत्मक पक्षों, ते एक रे बोला। दुधा थणी ना आवई फिर होए ना मेला, मलाप होवे ना ते फिर ये प्रक्रिया बनती है। क्योंकि साडे इत्थे समाज में बेटियां भैणां बैठियां होंदियां, थोड़ा जिहा कुछ बचन इस तरह के जिहड़े खुल के नहीं होंदे, पर कोई भी जीव है जिहड़ा स्थानधारी है वो मेल फीमेल के मिलाप तो बाद ही दुध जिहड़ा है वो अस्थाना विच आउंदा है। मिलाप पहला दुध बाद विच। दुधा थणी ना आवे, तेरा मिलाप ही नहीं होना, लिहाजा फिर होए ना मेला। कै फरीद सहेलियों, केड़ियां सहेलियां? सत्संगती रूपी सहेलियां। शाह अलाए सी, रब आवाज मारेगा, समण भेजेगा। राम कली सद, सद मीन समन, SUMMON। ये रब वालों समण आए ने, अमरदास जी तुसी हुण मेरे कोल आ जाओ। सदा पत्ता ये समण आउणगे परमात्मा कोलों। सहेलियो सतसंगियो, एक दिन साडे भी समण आउणे ने, बुलावा आउणा है। शौ अलाए सी, वो शौ सानू अलाएगा, सानू सदेगा, आखेगा आ जा। ते हंस चल सी डोमना, ये शरीर रूपी मिट्टी ढह ढेरी हो जाएगी, आत्मा रूपी हंस इथों चला जाएगा। भाव शरीर नाशवंत है। शेख साहब का ये एक और शब्द है। अच्छा, फिर बेड़ा बन्नण दी गुरु नानक साहब जात दसदे इहदे कहंदे बेड़ा बंध ना सके बंधन की बेड़ा, पर सरवर जब उछलै तब तरन दुहेला। गुरु नानक साहब कहंदे फरीद साहब बिल्कुल तुसीं दुरुस्त फरमाया, पर इन्हां नूं बेड़ा बन्नण दा मैथड भी तो दसना सजे ना। फिर हजूर कहन लगे जप तप का बंद बेड़ला। जप ते तप नाल बेड़ा बजदा। जित लंघै बहेला, ना सरवर ना उछल, ऐसा पंथ सुहेला, तेरा एको नाम मजीठड़ा।
रता मेरा चोला सद रंग ढोला। ऐदां दा बेड़ा बना। जप कर, तप कर, नाम जप, सेवा कर, फिर तेनू भवसागर की कादी परवाह, उते सुते से तर जाएगा। सारा दिन जपते रहो, रात मैं नहीं कहता 5 मिनट तो शुरू कर लो। जेड़े ज्यादा जपते ने नमस्कार, जेड़े मेरे वांगू उक्का नहीं जपते भाई 5 मिनट तो शुरू कर लो, अंदर खेड़ा आ जाएगा। और साडी मिडल लोगों की पहली समस्या होती है गरीबी, गरीबी भी कटी जाती है। ईवन सिमरन नाल गरीबी भी कटी जाती है। इत्थे आके रोज अरदास करिए ना ते हजूर ने बाणी च जमानत दी है, कहते मन लैंदा। तुसीं कहोगे जी कित्थे लिखिया है भी रोज ही आके कुछ मंगीए, रोज ही मंगीए, रोज ही मंगीए, मंगी तुरे जाइए, मंगी तुरे दे देना, कित्थे लिखिया जी? ते पढ़ो, रात दिवस के कूकने कबू के सुने पुकार। जदों कूकी जाइए कदी ना कदी तो तरस आ ही जाता। भाई लोड़ां भी पूरियां हुंदियां ने, लोक भी सुखी हुंदा है, परलोक भी सुखी हुंदा। हुण शेख साहब ने शरीर की असारता का एक होर बचन किया, वो मैं आप जी नाल साझा करा। बोला शेख फरीद प्यारे अल्लाह लगे। शेख साहब कहंदे ने भलिया रब वाले पासे लग जा, अल्लाह वाले पासे लग जा। कित्थे लगा है? मैं तो जी रेलवे च लगा वा। तू कित्थे लगा है? मैं तो जी टैलीफोन डिपार्टमेंट च लगा। इदां ही कहने ना, वो कहते रब नाल भी लग ना, टैलीफोन डिपार्टमेंट च भी लगा रहो, रेलवे च भी लगा रहो, रोडवेज च भी लगा रहो, पुलिस विच भी लगा रहो, फौज विच भी लगा रहो, थोड़ा जिहा रब नाल भी लग्या कर। बोले शेख फरीद प्यारे, बड़े प्यार ना, झिड़क मार के नहीं, प्यारे अल्लाह लगे। छेती लग जा। कहने लगे जी छेती कादी है? आखन लगे ए तन होसी खाक निमाणी गोर करे। ए निमाणी जी कबर विच लम्मा पिया होवेगा। फरीद सूता क्या करे, बैठा रहो और जाग, एक दिन सोवन होएगो लांबे गोड पसार। हर वेले लम्मा ही प्या रही ना, उठ के वागरू कर, एक दिन हमेशा वास्ते ही सौ जाना ही। सौण की की तेनू शौक चढ़िया पिया? सौ के कदी कोई अमर होया? 4 घंटे 5 घंटे 6 घंटे काफी हुंदा, 8 घंटे ला लो। जागया कर, बैठा रहो और जाग, जाके संग ते बिछरा ताही के संग ला। बोले शेख फरीद प्यारे अल्लाह लगे, ए तन होसी खाक निमाणी गोर करे। आज मिलावा शेख फरीद, ऐसे जन्म च मिलाप हो सकता है। टाकिम कूंजड़ियां मनोम चिंदड़ियां। टाकिम रोक, कूंजड़ियां कूंजा, ठेठ पंजाबी का शब्द है। मन विचों कूंजा उड उड के बाहर जांदियां फिर वापस आउंदियां ने। किहड़ियां कूंजां? फुरने। संगत विच बैठिया बेटी विच ध्यान चला जाता है, बेटे विच भी चला जाता है, दुकान विच भी चला जाता है, मकान विच भी चला जाता है। वो कूंजा ही ने। निमक में 4 कुंट फिर आवे। कटो डिक्शनरी, निमक कितना? अख चमकण जिन्ना समय। अख चमकण जिन्ने समय च चौहां दिशावां चों घुम भी आउंदा है। कोई वीजा नहीं, कोई टिकट नहीं, कोई यब नहीं, कोई इमीग्रेशन नहीं, और सार दुनिया च घूम के वापस भी आ जाए। इन्नी तीव्र गति है साडे फुरनिया। इसलिए टाकिम कूंजड़ियां फुरनिया नूं रोक। मैं तो कई बार कह देना, अवस्था नहीं हुंदी वो सारियां दी, मैं कह देना सिमरन च बैठो तो सब तो पहला की करो, भावें वागरू भी ना आखो, तुहानूं थोड़ी जी आउट लगेगी गल, पर प्रयोग करके वेखियो, वागरू भी भावें ना आखो, सिर्फ केयर करो अपने आप, केयर करो। हुण किहनूं केयर करना है? बॉडी नूं केयर करना है, मन नूं केयर करना है। मेरे मन विच फुरने आ रहे हैं, जे आ रहे हैं तो किहड़े आ रहे हैं? चंगे आ रहे हैं कि माड़े आ रहे हैं? उत्थे चंगे भी रोक दिओ, माड़े भी रोक दिओ, नैगेटिव भी रोक दिओ, पॉजिटिव। हथकड़ी लोहे की भी हथकड़ी हुंदी है, सोने की भी हथकड़ी हुंदी है, खुरकन ते दूआं चों कोई भी नहीं ना देंदी। बिल्कुल इनू स्पेस कर लो, इनू निर्विचार कर लो। किते जिंदगी 30 सैकेंड
ਇਹਨੂੰ ਅਸੀਂ ਸਪੇਸ ਕਰ ਲਿਆ ਨਾ, ਰੱਬ 30 ਸੈਕਿੰਡ ਵੀ ਨਹੀਂ ਲਾਂਦਾ ਚੌਂਕੜੀ ਮਾਰ ਕੇ ਆ ਕੇ ਐਸਾ ਬੈਠਦਾ, ਫਿਰ ਜਾਂਦਾ ਹੀ ਕੋਈ ਨਹੀਂ। ਉਹ ਕਹਿੰਦੇ ਤੁਸੀਂ ਸਪੇਸ ਹੀ ਨਹੀਂ ਕਰਦੇ, ਮੈਂ ਕਰਾਂਗੀ। ਜਦੋਂ ਵੇਖਾਂ ਭਰਿਆ ਪਿਆ, ਇਹ ਤੇ ਹੀਥਰੋ 에ਅਰਪੋਰਟ ਬਣਿਆ ਪਿਆ, ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਆ ਰਿਹਾ। ਟਾਕੇ ਮਕੂੰਜੜੀਆਂ, ਮਨੋਂ ਮਚਿੰਦੜੀਆਂ, ਇਹ ਮਨ ਨੂੰ ਮਚਾਉਂਦੀਆਂ ਨੇ, ਮਨ ਨੂੰ ਸਾੜਦੀਆਂ। ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਜੀ, ਝੂਠੀ ਦੁਨੀਆ ਲੱਗ ਨਾ ਆਪ ਵੰਝਾਈਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਬਾਟ ਮੁਰੀਦਾ ਜੋਲੀਏ। ਜਿਹੜੀ ਗੁਰੂ ਰਾਹ ਦੱਸੇ ਉਹਦੇ ਤੇ ਚੱਲਣਾ ਚਾਹੀਦਾ। ਭੁੱਲੇ ਮਾਰਗ ਜਿਨੈ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਭੂਲੇ ਮਾਰਗ ਜਿਨੈ ਦਿਖਾਇਆ, ਭੂਲੇ ਮਾਰਗ ਜਿਨੈ ਦਿਖਾਇਆ। ਭੂਲੇ ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਜੀ ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਐਸਾ ਭੂਲੇ ਮਾਰਗ ਜਿਨੈ ਦਿਖਾਇਆ, ਭੂਲੇ ਮਾਰਗ ਜਿਨੈ ਦਿਖਾਇਆ। ਭੂਲੇ ਜੋ ਗੁਰ ਦੱਸੇ ਬਾਟ ਮੁਰੀਦਾ ਜੋਲੀਐ। ਛੈਲ ਲੰਘਦੇ ਪਾਰ ਗੋਰੀ ਮਨ ਧੀਰਿਆ। ਸੰਗਤ ਵਿੱਚ ਕਿਉਂ ਜੁੜਨਾ? ਕਿੰਨੀ ਸਾਦਾ, ਕਿੰਨੇ ਕਮਾਲ ਦੀ ਐਗਜ਼ਾਮਪਲ ਹੈ। ਸ਼ੈਲ ਛਬੀਲੇ ਗੱਭਰੂ ਕਿਸੇ ਦਰਿਆ ਵਿੱਚ ਠਿੱਲ ਗਏ ਤੇ ਕਮਜ਼ੋਰ ਜੀ ਲੜਕੀ ਇੱਕ ਬੈਠੀ, ਡਰਾਕਲ ਜੀ ਲੜਕੀ ਵਿਚਾਰੀ ਬੈਠੀ ਵੀ ਮੈਂ ਨਹੀਂ ਵਿੱਚ ਵੜਨਾ, ਡੁੱਬ ਨਾ ਜਾਵਾਂ। ਤੇ ਉਹਨਾਂ ਸ਼ੈਲ ਛਬੀਲਿਆਂ ਨੂੰ ਲੰਘਦਿਆਂ ਵੇਖ ਕੇ ਆਖਣ ਲੱਗੀ ਜੇ ਇਹ ਨਹੀਂ ਡੁੱਬਦੇ ਤੇ ਡੁੱਬਦੀ ਉਹ ਵੀ ਪਿੱਛੇ ਠਿੱਲ। ਜਿਹੜੇ ਆਤਮਿਕ ਪੱਖੋਂ ਅੱਗੇ ਨੇ ਉਹਨਾਂ ਨੂੰ ਵੇਖ ਕੇ ਜਿਹੜੇ ਪਿੱਛੇ ਨੇ ਉਹਨਾਂ 'ਚ ਵੀ ਚਾਅ ਪੈਦਾ ਹੁੰਦਾ, ਉਹ ਵੀ ਠਿੱਲ ਪੈਂਦੇ ਨੇ। ਇਸ ਲਈ ਭਈ ਸੰਗਤ 'ਚ ਆਉਣਾ। ਸ਼ੈਲ ਲੰਘਦੇ ਪਾਰ ਗੋਰੀ ਮਨ ਧੀਰਿਆ, ਕੰਚਨ ਵੰਨੇ ਪਾਸੇ ਕਲਵਤ ਚੀਰ। ਜੇ ਕੱਲਾ ਸੋਨੇ ਵਾਲੀ ਧਿਆਨ ਦਿਓਗੇ, ਭਾਵ ਧਨ ਵਾਲੀ ਧਿਆਨ ਦਿਓਗੇ, ਤੇ ਭਾਈ ਆਰਿਆਂ ਨਾਲ ਵੀ ਚੀਰੇ ਜਾਈਦਾ। ਕਰਵਤ ਚੀਰਿਆ ਸ਼ੇਖ ਹਯਾਤੀ, ਜਗ ਨਾ ਕੋਈ ਥਿਰ ਰਹਿਆ। ਵੱਡੇ ਵੱਡੇ ਸ਼ੇਖ ਇਸ ਸੰਸਾਰ ਤੋਂ ਚਲੇ ਗਏ। ਹਯਾਤੀ ਉਹਨਾਂ ਦੀ ਵੀ ਖਤਮ ਹੋ ਗਈ। ਹਯਾਤੀ ਜੀਵਨ ਨੂੰ ਕਹਿੰਦੇ। ਕੋਈ ਸਥਿਰ ਨਹੀਂ ਇੱਥੇ। ਇੱਥੇ ਪੂਰਾਂ ਦੇ ਪੂਰ ਆ ਰਹੇ ਨੇ। ਜੇ 800 ਕਰੋੜ ਐਸਟੀਮੇਟਡ ਜਨਸੰਖਿਆ ਹੈ, ਤੇ ਜੇ ਤੁਸੀਂ ਕੈਲਕੂਲੇਸ਼ਨ ਕਰੋ ਬਈ ਇੱਕ ਮਿੰਟ ਦੇ ਵਿੱਚ ਕਿੰਨੇ ਲੋਕ ਜਨਮ ਲੈ ਰਹੇ ਨੇ ਤੇ ਮਿੰਟ ਵਿੱਚ ਕਿੰਨੇ ਲੋਕ ਨੈਚੁਰਲ ਮੌਤ ਮਰ ਰਹੇ ਨੇ, ਕਿੰਨੀਆਂ ਐਕਸੀਡੈਂਟਲ ਮੌਤਾਂ ਨੇ, ਜਾਂ ਹੋਰ ਕਿਸੇ ਦਾ ਮਰਡਰ ਹੋ ਰਿਹਾ, ਕਿਸੇ ਦਾ ਕੁਝ। ਹੁਣ ਪੂਰਾਂ ਦੇ ਪੂਰ ਆ ਰਹੇ ਨੇ, ਈਵਨ ਪੂਰਾਂ ਦੇ ਪੂਰ ਜਾ ਵੀ ਰਹੇ ਨੇ। ਇੱਥੇ ਕੋਈ ਸਥਿਰ ਨਹੀਂ। ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਸੇ केते ਬੈਸ ਗਿਆ। ਕਤਕ ਕੂੰਜਾਂ ਚੇਤ ਡਉ ਸਾਵਣ ਬਿਜਲੀਆਂ। ਕੱਤੇ ਦੇ ਮਹੀਨਾ 'ਚ ਸਾਈਬੇਰੀਆ ਤੋਂ ਕੂੰਜਾਂ ਸਾਡੇ ਕੋਲ ਆਉਂਦੀਆਂ। ਚੇਤ ਵਿੱਚ ਜੰਗਲਾਂ ਨੂੰ ਅੱਗ ਲੱਗਦੀ ਹੈ। ਭਾਵ ਸਮੇਂ ਸਿਰ ਸਭ ਕੁਝ ਹੁੰਦਾ ਹੈ। ਕਬੀਰ ਫਰੀਦ ਸਾਹਿਬ ਕਹਿੰਦੇ ਟਾਈਮਲੀ ਸਭ ਕੁਝ ਨਿਸ਼ਚਿਤ ਹੋ ਹੀ ਜਾ ਰਿਹਾ।
ਆਟੋਮੈਟਿਕ ਹੋਈ ਜਾ ਰਿਹਾ। ਕਦ ਤੱਕ ਕੂੰਜਾਂ, ਫਿਰ ਵਿਸ਼ਰਾਮ ਦੇਣਾ ਹੈ। ਚੇਤ ਡੋ, ਡੋ ਮੈਨੇ ਅੱਗ। ਕਦ ਤੱਕ ਕੂੰਜਾਂ ਚੇਤ ਡੋ, ਸਾਵਣ ਸੌਣ ਚ ਬਿਜਲੀਆਂ ਲਿਸ਼ਕਦੀਆਂ ਨੇ। ਸਿਆਲੇ ਸੋਂਦੀਆਂ ਫਿਰ ਗਲ ਬਾੜੀਆਂ, ਚੱਲੇ ਚੱਲਣ ਹਾਰ ਵਿਚਾਰਾਂ ਲੈ ਮਨੋ। ਗਢੇਦਿਆਂ 6 ਮਾਹ, ਤੁੜੇਂਦਿਆਂ ਇੱਕ ਖਿਣੋ। ਭਰੂਣ ਨੂੰ ਬਣਨ ਲਈ 6 ਮਹੀਨੇ ਲੱਗ ਜਾਂਦੇ ਨੇ ਮਾਂ ਦੇ ਗਰਭ ਚ, ਤੇ ਮੌਤ ਆਉਣ ਲੱਗਿਆ ਇੱਕ ਪਲ ਵੀ ਨਹੀਂ ਲੱਗਦਾ। ਬਣਨ ਲੱਗਿਆ ਵਕਤ ਲੱਗਦਾ, ਬਿਨਸਣ ਲੱਗਿਆ ਵਕਤ ਨਹੀਂ ਲੱਗਦਾ। ਜ਼ਮੀ ਪੁੱਛੈ ਅਸਮਾਨ, ਇੱਕ ਦਿਨ ਆਸਮਾਨ ਨੇ ਜ਼ਮੀਨ ਨੂੰ ਪੁੱਛਿਆ, ਐ ਜ਼ਮੀਨ, ਬੜੇ ਬੜੇ ਰਥੀ, ਬੜੇ ਬੜੇ ਮਹਾਰਥੀ, ਬੜੇ ਬੜੇ ਅਤੀ ਰਥੀ ਜਦੋਂ ਨਿਕਲਦੇ ਹੁੰਦੇ ਸਨ, ਰਥ ਉਹਨਾਂ ਦੇ 6-6 ਘੋੜੇ ਜੁੱਪੇ ਹੁੰਦੇ ਸਨ, ਅੱਗੇ ਫੌਜ ਪਿੱਛੇ ਫੌਜ, ਤੇ ਬੜੀਆਂ ਧੂੜਾਂ ਘੁੰਮਦੀਆਂ ਹੁੰਦੀਆਂ ਸਨ। ਮੇਰੇ ਤੱਕ ਧੂੜ ਆ ਜਾਂਦੀ ਹੁੰਦੀ ਸੀ ਤੇਰੀ, ਅੱਜ ਕੱਲ ਨਜ਼ਰ ਨਹੀਂ ਆਉਂਦੇ, ਕਿੱਧਰ ਗਏ ਨੇ? ਉਹ ਕਹਿੰਦੀ ਜਾਣਾ ਕਿੱਥੇ, ਕਬਰਾਂ ਸੁੱਤੇ ਪਏ ਨੇ। ਜ਼ਮੀਨ ਪੁੱਛੈ, ਜ਼ਮੀਨ ਨੂੰ ਪੁੱਛਦਾ, ਕੌਣ ਪੁੱਛਦਾ? ਜ਼ਮੀਨ ਪੁੱਛੈ ਅਸਮਾਨ, ਜ਼ਮੀਨ ਤੇ ਅਸਮਾਨ ਵੀ ਇਸ ਗੱਲ ਦੇ ਗਵਾਹ ਨੇ। ਜ਼ਮੀਨ ਪੁੱਛੈ ਅਸਮਾਨ ਫਰੀਦਾ, ਖੇਵਟ ਕਿਨ ਗਏ। ਕਹਿਣ ਲੱਗੇ ਜਾਲਣ ਗੋਰਾਂ ਨਾਲ, ਉਲਾਂਬੇ ਜੀ ਸਏ। ਸਰੀਰ ਗੌਰ ਵਿੱਚ ਸੜ ਰਿਹਾ ਹੈ, ਚੰਗੇ ਕੰਮ ਨਹੀਂ ਸਨ ਕੀਤੇ, ਜਿੰਦ ਦਰਗਾਹ ਵਿੱਚ ਉਲਾਂਬੇ ਸਾਰ ਰਹੀ। ਜੇ ਸਿਰ ਰਚ ਰਚ ਮਾਦਤ ਪਾਗ, ਸੋ ਸਿਰ ਚੁੰਚ ਸਵਾਰੈ ਕਾਗ। ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜਈਆ। ਭਾਈ ਪ੍ਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ਜਿਹਨੇ ਨਾਲ ਜਾਣਾ? ਇਹ ਤਨ ਤੇ ਧਨ ਤੇ ਨਾਲ ਨਿਭਣਾ ਕੋ ਨਹੀਂਗਾ। ਹੁਣ ਅੰਤਲੀਆਂ ਪੰਕਤੀਆਂ ਚ ਕੀ ਬਖਸ਼ਿਸ਼ ਕਰਦੇ ਨੇ? ਇਹ ਰਹਾਉ ਵਾਲੀ ਪੰਕਤੀ ਹੈ ਜਿਹੜੀ ਮੈਂ ਹੁਣ ਸਾਂਝੀ ਕੀਤੀ, ਰਾਮ ਨਾਮ ਕਾਹੇ ਨਾ ਦ੍ਰਿੜਈਆ, ਰਾਮ ਨਾਮ ਜਪਿਆ ਕਰ। ਸਾਰੀ ਬਾਣੀ ਚ ਜ਼ੋਰ ਤੇ ਸੱਚੇ ਪਾਤਸ਼ਾਹ ਨੇ ਨਾਮ ਜਪਣ ਤੇ ਸਾਧ ਨੇ ਦਿੱਤਾ ਹੈ ਨਾ। कहत कबीर सुनो मन मेरे, कबीर साहब महाराज कहते ने, हे मेरे मन, तू ये गल चंगी तरह ध्यान नाल सुन। यही हवाल होएगे तेरे। आ जेड़ा उपरोक्त बचना विच जिक्र कीता है ना, कबीर तेरा भी तो इहो ही हाल होना है ना। लोकां नूं की उपदेश देना? तेरा अपना भी यही हाल होना है। तू भी अपने जहन में इस गल नूं चंगी तरह टका ले बई तेरा भी तन एक दिन नाश हो जाना। फिर सत्संग मैसेज की है? कॉमन गल तो यह है भी तन नाश हो जाना, तन भी नाल नहीं जाना, धन भी नाल नहीं जाना। मैसेज ये है भी जब लग जरा रोग नहीं आया, नाम नहीं जपिया, बजुर्ग हो गए हैं तो हुण जपना ही नहीं, ऐसी गल नहीं। जपना, अग लग गई है, बहुत कुछ सड़ गया, नहीं जी हुण ते बादा कुछ सड़ गया, हुण की बचाना? नहीं, पानी डोल, जो बचता है वही बचा ले। जैसे घर लग गए आग, जो ही बचा है सो ही भलो। और जल बूझे पाछे कछ बच ना बसात है। जैसे घर लग गया चोर, चोर लग जाए रौला पाओ, जो बच जाए वही सही। हुण सारी उम्र लंघ गई, जिहड़ी जिन्नी को बची ओहदा लाहा ले लो, ये नहीं भी लेना। पर जे किते बुढ़ापे ते पहला काम शुरू कर लईए, कोई जवानी में इस पासे तुर पे ते सच्चे पातशाह बाणी च उहनूं थापड़ा देंदे, फरीदा उमर सुहावड़ी। केड़ी सुहावड़ी उमर है जी? सुहावड़ी उम्र ते जवानी है ना, टीनेजर बच्चा सुहावड़ा है। जवानी बड़ी सोहनी उम्र है, जदों शरीर च कोई रोग नहीं, आंगस है, एनर्जी है, हुलारा है, संग सुवनड़ी दे ते शरीर भी निरोग होवे। विरले केई पायन जिन्ना प्यारे ने। फिर वो विरले ने जिहड़े इस उम्र च ओहदे नाल प्यार पाते ने, वो कहंदे उन्हां तो मैं सदके भागां वाले। तो ऐसा नहीं भाई जे समा खुंज गया तो जपना है,
पर उंज महाराज कहते ने जब लग जरा रोग नहीं आया, जब लग काल ग्रसी नहीं काया। मौत दे होण तो पहला पहला जी, जब लग बिकल भई नहीं बाणी, भज लै रे मन सारंग पानी। अब ना भजस भजस कब पाई, आवे अंत ना भजया जाई। आवे अंत न भजया जाई, आवे अंत न भजया जाई। आवे आवे अंत न भजया जाई, आवे अंत न भजया जाई। सो प्यारे हुणे अज तो ही हम आदमी हाँ एकदम इतने अपने हॉस्पिटल है गुरु तेग बहादुर चैरिटेबल हॉस्पिटल, इनू बनाने में बड़ा बड़ा योगदान सी सरदार अवतार सिंह दलेर का। मॉडल टाउन उन्होंने कोठी है। मैं हरनामनगर कथा करता हुंदा सा ते उन्हें हलाशेरी भी देनी, संगतां नूं भी प्रेर के लिया ते आप भी रोज आउणा। बिरध सन ते थंब सी एक विच गुर पाई, वो थंब नाल आके ना ढोल आके बह जाते सन, थोड़ा सारा मिलते बिरध सन आए मत्था टेकिया, रिस्पॉन्स देते होंगे सन कथा च। कथा जी है ना साध संगत गुरु की बख्शिश होती है, पर जिन्ना चिर संगत में 2 4 5 श्रोते इदा के ना हो जोड़े रिस्पॉन्स देन, भावें जिन्नी मर्जी तैयारी करके आ गई उन्ना चिर नहीं होती। ये डिपेंड करता भी तुसी किन्नी को रिस्पॉन्स देंगे। ते वो कोई हिल जुल ना, तो उन्होंने नूह बीबी जसबीर कौर वो भी नाल होंदी सी बिरध दे, तो हिल जुल ना वेखी ते जदों कोल गए ते मोढे तो फड़ के दर जी की होया जी, वो जदों मोढे तो फड़ के अंज किया एक पासे लुढ़ गए, यानी संगत में बैठे बैठे शरीर जिहड़ा वो छड्ड गए। हुण ये तो नहीं सी पता भी चले ने गुरुद्वारे कथा सुनना ते उथों इन्हां नूं जिहड़ी डैड बॉडी वाली वहीकल है उहदे ते पा के प्यारे लगदा है सानू बई वो मर गया, खिमा करना, लैंगुएज थोड़ी पूअर है, फलाना मर गया, मरना मैं भी है पर अजे थोड़ा मरना है। इदा असीं अपने आप को प्रिपेयर कर लेंगे ना, ये तो असीं मनने हाँ भी मरना है, पर थोड़ा जिहा अंदरों थोड़ी जी गुंजाइश रख लेंगे भी अजे थोड़ा मरना है, पर भरोसा कोई नहीं कदों मर जाना। इसलिए अज ही ये काम शुरू कर। 2 जरूरी बेनतियां ने सुन के जाओ। एक तो इस पावन स्थान से गुरुद्वारा दमदमा साहब संगत के सहयोग नाल प्रबंधकां आम गुरुद्वारे एक हफ्तावारी समागम चलते हैं, तो वो हफ्तावारी समागम इत्थे भी शुरू हो गए हैं। पहला समस्या सी कि हाल छोटा सी, हुण प्रबंध हो गया, लिहाजा प्रबंधकां वल्लों ये आयोजन किया गया भी हर सैटरडे हर शनिवार रहराज साहब के पाठ तो बाद विशेष गुरमत समागम होणगे। उन्हां विच तुसीं बाहर फ्लैक्सबोर्ड जान लगे पढ़ लिओ, जोड़ा कर दे उत्ते लगा है। 4 सैटरडे जिहड़े अक्तूबर दे ने दरबार साहब जत्थे जिहड़े ने वारी वारी वो संगतां कीर्तन राही निहाल कर, उदों पहला होर विद्वान जत्थे जिहड़े ने वो भी संगत नूं निहाल करनगे। इहदा लाभ तां ही है जे तुसीं सारे आप भी आवो, परिवारां नूं भी नाल लिआवो, आंढ गुआंढ नूं भी लिआवो और लंगर पानी भी इत्थों ही छक के जाओ। क्योंकि असल च गल ये हुंदी है साध संगत भी जिस तरह कई लोग इस तरह भी करते जी ये गुरुद्वारे कड़ाह छकण जाते नहीं, ये लंगर छकण। प्यारे गल ये है लंगर छकण कोई नहीं आता, समस्या ये होती है भी दीवान का टाइम ते किचन में काम करने का सवाणियां का टाइम जो क्रैश हो जाता है। इसलिए लंगर का इंतजाम करीदा भी जे घंटा 2 घंटे उन्होंने आके आनंद लेना है तो उन्होंने ये टेंशन ना हो भी जाके एक वेले असीं प्रशादा बनाना, सारे जी आउण कीर्तन कथा का आनंद माणन ते जिन्हें ना भाई बनया है गुरु के दरबार अमृत भी बख्शदा है वो उतों एक 2 2 3 3 लोड़ अनुसार प्रशादे छक के जाके अपना आराम कर लैन, उन्होंने दिक्कत ना। एक तो बेनती प्रवान करो हर सैटरडे विशेष गुरमत समागम 16 रहराज साहब के पाठ तो उपरंत रात्रि के बाद,
ਔਰ ਦੂਜਾ ਹੇਠਾਂ ਬੇਸਮੈਂਟ 'ਚ ਪੱਥਰ ਲੱਗ ਰਹੇ ਨੇ ਔਰ ਟਾਇਲਟਾਂ ਵਾਲੀ ਜਗ੍ਹਾ ਦੀ ਕੰਸਟਰਕਸ਼ਨ ਵੀ ਹੋਣੀ ਹੈ। ਇਹ ਖਰਚੇ ਨੇ, ਪਹਿਲਾਂ ਵੀ ਤੁਸੀਂ ਯੋਗਦਾਨ ਪਾਇਆ ਹੈ, ਇਹਦੇ ਵਿੱਚ ਵੀ ਬਹੁਤੇ ਚੋਂ ਬਹੁਤਾ ਥੋੜੇ ਚੋਂ ਥੋੜਾ ਯੋਗਦਾਨ ਪਾਣਾ ਤਾਂ ਕਿ ਕਾਰਜ ਅੱਗੇ ਜਾ ਸਕੇ। ਸੋ ਆਓ ਹੁਣ ਇਹਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਦੇ ਹੋਏ ਉਹਨਾਂ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਨੀ। ਸੋ ਅੰਤ ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਆਗਿਆ ਬਖਸ਼ਿਸ਼ ਕਰੋ ਜੀ, ਤੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ